ਅੱਜ ਅਸੀਂ 9ਵੀਂ ਜਮਾਤ ਦਾ ਰਾਜ ਵਿਵਸਥਾ ਵਾਲਾ ਭਾਗ ਸ਼ੁਰੂ ਕਰਨ ਜਾ ਰਹੇ ਹਾਂ। ਜੇ ਥਿਓਰੈਟੀਕਲੀ ਦੇਖਿਆ ਜਾਵੇ ਤਾਂ ਇਸ ਭਾਗ ਦੀ ਸ਼ੁਰੂਆਤ ਚੈਪਟਰ 10 ਤੋਂ ਹੋ ਜਾਣੀ ਚਾਹੀਦੀ ਹੈ, ਪਰ ਪ੍ਰੈਕਟੀਕਲੀ ਇਸ ਚੈਪਟਰ ਨੂੰ ਜੇ ਲਾਈਨ ਵਾਈਜ਼ ਹਾਇਰਾਰਕੀ ਵਾਈਜ਼ ਨਾ ਪੜ੍ਹ ਕੇ ਥੋੜਾ ਅਗਾਂਹ ਪਿਛਾਂ ਚੈਪਟਰਸ ਨੂੰ ਜੇ ਪੜ੍ਹ ਲਿਆ ਜਾਵੇ ਤਾਂ ਇੱਕ ਬਿਹਤਰ ਸਮਝ ਜੋ ਹੈ ਉਹ ਵਿਕਸਿਤ ਕੀਤੀ ਜਾ ਸਕਦੀ ਹੈ ਤੇ ਕਿਸੇ ਵੀ ਫੈਕਟ ਨੂੰ ਰੱਟਾ ਮਾਰੇ ਬਿਨਾਂ ਚੀਜ਼ਾਂ ਨੂੰ ਸਮਝ ਕੇ ਆਪਣੇ ਉੱਤਰ ਜੋ ਹੈ ਉਹ ਵਿਕਸਿਤ ਕੀਤੇ ਜਾ ਸਕਦੇ ਹਨ। ਮੈਂ ਪੜ੍ਹਾਉਂਦੇ ਹੋਏ ਜੋ ਤਾਂ ਇੰਪੋਰਟੈਂਟ ਫੈਕਟਸ ਨੇ ਜਾਂ ਗੱਲਾਂ ਨੇ ਉਹਨਾਂ ਨੂੰ ਅੰਡਰਲਾਈਨ ਤਾਂ ਕਰਦਾ ਹੀ ਜਾਊਂਗਾ ਤੇ ਜਿਹੜੇ ਇਸ ਬੁੱਕ ਦੇ ਅੰਤ ਵਿੱਚ ਕੁਐਸਚਨ ਦਿੱਤੇ ਗਏ ਨੇ, ਫਿਲ ਇਨ ਦੀ ਬਲੈਂਕਸ ਦਿੱਤੀਆਂ ਗਈਆਂ ਜਾਂ ਬਹੁ ਵਿਕਲਪੀ ਪ੍ਰਸ਼ਨ ਦਿੱਤੇ ਗਏ ਹੈ, ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦਿੱਤੇ ਗਏ ਹੈ, ਉਹਨਾਂ ਦੇ ਸੋਲੂਸ਼ਨ ਵੀ ਤੁਹਾਨੂੰ ਨਾਲ ਦੀ ਨਾਲ ਦੱਸਦਾ ਜਾਊਂਗਾ। ਸੋ ਆਓ ਸ਼ੁਰੂਆਤ ਕਰੀਏ ਸਭ ਤੋਂ ਪਹਿਲੇ ਚੈਪਟਰ ਦੀ, ਜੋ ਕਿ ਇਕਾਈ 6 ਦੇ ਵਿੱਚ ਆਉਂਦਾ ਹੈ। ਇਕਾਈ 6 ਦੇ ਵਿੱਚ ਲੋਕਤੰਤਰ ਅਤੇ ਚੋਣ ਰਾਜਨੀਤੀ ਮੌਲਿਕ ਅਧਿਕਾਰ ਵਾਲਾ ਚੈਪਟਰ ਅਸੀਂ ਦੁਬਾਰਾ ਵੀ ਪੜ੍ਹ ਸਕਦੇ ਹਾਂ। ਸੋ ਹੁਣ ਅਸੀਂ ਪੜ੍ਹਨਾ ਹੈ ਪਾਰਟ ਨੰਬਰ 13 ਲੋਕਤੰਤਰ ਅਤੇ ਚੋਣ ਰਾਜਨੀਤੀ। ਇਸ ਚੈਪਟਰ ਨੂੰ ਸ਼ੁਰੂ ਕਰਨ ਤੋਂ ਵੀ ਪਹਿਲਾਂ ਦੋ ਸ਼ਬਦਾਂ ਦੀ ਬਿਹਤਰ ਸਮਝ ਹੋਣੀ ਬਹੁਤ ਜ਼ਰੂਰੀ ਹੈ। ਉਹ ਦੋ ਸ਼ਬਦ ਨੇ, ਪਹਿਲਾ ਲੋਕਤੰਤਰ ਤੇ ਦੂਸਰਾ ਪ੍ਰਤੱਖ ਲੋਕਤੰਤਰ ਬਨਾਮ ਸੰਸਦੀ ਲੋਕਤੰਤਰ। ਭਾਰਤ ਵਿੱਚ ਸੰਸਦੀ ਲੋਕਤੰਤਰ ਪਾਇਆ ਜਾਂਦਾ ਹੈ। ਸੋ ਸੰਸਦੀ ਲੋਕਤੰਤਰ ਸਮਝਣ ਤੋਂ ਪਹਿਲਾਂ ਲੋਕਤੰਤਰ ਸ਼ਬਦ ਸਮਝਣਾ ਜ਼ਰੂਰੀ ਹੈ। ਜੇ ਅਸੀਂ ਲੋਕਤੰਤਰ ਦੀ ਗੱਲ ਕਰੀਏ ਤਾਂ ਲੋਕਤੰਤਰ ਦੋ ਪਿਲਰਸ ਦੇ ਉੱਤੇ ਖੜਾ ਹੈ। ਪਹਿਲਾ ਹੈ ਕੰਸਲਟੇਸ਼ਨ ਤੇ ਦੂਜਾ ਹੈ ਕੰਸੈਂਟ, ਯਾਨੀ ਕਿ ਸਲਾਹ ਤੇ ਸਹਿਮਤੀ। ਇੱਕ ਛੋਟੀ ਐਗਜ਼ਾਮਪਲ ਲੈਂਦੇ ਹਾਂ। ਜਿਵੇਂ ਘਰ ਦੇ ਵਿੱਚ ਕੋਈ ਨਿਰਣਾ ਲਿਆ ਜਾਣਾ ਹੈ। ਸਪੋਜ਼ ਕਰ ਲਓ ਇਹ ਨਿਰਣਾ ਲੈਣਾ ਹੈ ਕਿ ਤੁਹਾਨੂੰ 9ਵੀਂ ਕਲਾਸ ਕਿਹੜੇ ਸਕੂਲ ਦੇ ਵਿੱਚ ਪੜ੍ਹਾਈ ਜਾਏਗੀ। ਜੇ ਤਾਂ ਘਰ ਦੇ ਵਿੱਚ ਕੋਈ ਬਜ਼ੁਰਗ, ਯਾਨੀ ਕਿ ਤੁਹਾਡੇ ਦਾਦਾ ਜੀ ਜਾਂ ਤਾਇਆ ਜੀ ਜਾਂ ਪਿਤਾ ਜੀ, ਉਹਨਾਂ ਦਾ ਹੋਲਡ ਘਰ ਦੇ ਵਿੱਚ ਜ਼ਿਆਦਾ ਹੈ ਤੇ ਉਹਨਾਂ ਦੀ ਗੱਲ ਕਦੇ ਵੀ ਮੋੜੀ ਨਹੀਂ ਜਾਂਦੀ, ਤਾਂ ਉੱਥੇ ਨਾ ਤਾਂ ਕਿਸੇ ਨਾਲ ਸਲਾਹ ਕੀਤੀ ਜਾ ਰਹੀ ਹੈ, ਨਾ ਤਾਂ ਕਿਸੇ ਦੀ ਸਹਿਮਤੀ ਲਈ ਜਾ ਰਹੀ ਹੈ। ਸੋ ਉੱਥੇ ਲੋਕਤੰਤਰ ਨਹੀਂ ਹੈ। ਲੋਕਤੰਤਰ ਦੇ ਵਿੱਚ ਤੁਹਾਡੀ ਸਾਰੀ ਫੈਮਿਲੀ ਇੱਕ ਥਾਂ ਤੇ ਬੈਠੇਗੀ, ਸਾਰਿਆਂ ਦੇ ਓਪੀਨੀਅਨਸ ਲਏ ਜਾਣਗੇ ਤੇ ਸਪੋਜ਼ ਕਰ ਲਓ ਉਹਨਾਂ ਓਪੀਨੀਅਨਸ ਤੇ ਦੋ ਸਕੂਲਾਂ ਦੇ ਨਾਮ ਨਿਕਲ ਕੇ ਸਾਹਮਣੇ ਆ ਰਹੇ ਹੈ ਔਰ ਤੁਸੀਂ ਘਰ ਦੇ ਵਿੱਚ 5 ਪਰਿਵਾਰਿਕ ਮੈਂਬਰ ਹੋ। ਉਹਨਾਂ ਵਿੱਚੋਂ 3 ਨੇ ਵੋਟ ਕੀਤੀ ਕਿ ਅਸੀਂ ਇਹ ਸਕੂਲ ਦੇ ਵਿੱਚ ਬੱਚੇ ਨੂੰ ਲਗਾਉਂਦੇ ਹਾਂ, 2 ਨੇ ਵੋਟ ਕੀਤੀ ਅਸੀਂ B ਸਕੂਲ ਦੇ ਵਿੱਚ ਬੱਚੇ ਨੂੰ ਲਗਾਉਂਦੇ ਹਾਂ। ਸੋ ਜਿਹਨੂੰ ਜ਼ਿਆਦਾ ਵੋਟਾਂ ਮਿਲੀਆਂ ਉਹ ਪਕਸ਼ ਜਿੱਤ ਜਾਏਗਾ ਤੇ ਉਸ ਬੱਚੇ ਨੂੰ ਉਸ ਸਕੂਲ ਦੇ ਵਿੱਚ ਲਾਇਆ ਜਾਏਗਾ। ਸੋ ਇੱਥੇ ਜਿਹੜੇ ਦੋ ਪਿਲਰਸ ਦੀ ਮੈਂ ਗੱਲ ਕੀਤੀ ਸੀ, ਕੰਸਲਟੇਸ਼ਨ ਐਂਡ ਕੰਸੈਂਟ, ਯਾਨੀ ਕਿ ਸਲਾਹ ਤੇ ਸਹਿਮਤੀ, ਉਹ ਦੋਨਾਂ ਦੀ ਪੂਰਤੀ ਹੋਈ ਹੈ। ਸੋ ਇਸ ਕੇਸ ਦੇ ਵਿੱਚ ਇਹ ਮੰਨਿਆ ਜਾਏਗਾ ਕਿ ਤੁਹਾਡੇ ਘਰ ਦੇ ਵਿੱਚ ਲੋਕਤੰਤਰ ਬਰਕਰਾਰ ਹੈ। ਲੇਕਿਨ ਲੋਕਤੰਤਰ ਸਿਰਫ ਘਰ ਤੱਕ ਸੀਮਿਤ ਨਾ ਹੋकर ਮੁਹੱਲੇ ਤੱਕ, ਸ਼ਹਿਰ ਤੱਕ, सूबे तक, पूरा पंजाब एक सूबा है, हरियाणा एक सूबा है, और पूरे देश तक, यानी कि भारत एक देश है, पूरी दुनिया तक इस दी बाउंड्रीज है। मतलब हर जगह इस दी लोकतंत्र की वरतों हो रही है। लेकिन लोकतंत्र जो भी आवे तुहाडे मन दे विच दो शब्द सलाह ते सहमति आने जरूरी है। हुण दूसरा शब्द संसदी लोकतंत्र समझण की कोशिश करते हैं। जिवें कि असीं जाणदे हां अज तो मिलियन साल पहला, अरबां खरबां साल पहला दुनिया की आबादी बहुत घट रही होएगी। मैं ये सपोज कर रहा हाँ कि भारत दे विच जिन्ना इस टाइम भारत का खेत्रफल है उस दे विच
250 ਲੋਕ ਰਹਿ ਰਹੇ ਸੀ, ਮੈਂ ਇਹ ਸਪੋਜ਼ ਕਰ ਰਿਹਾ ਹਾਂ। ਤਾਂ ਉਸ ਕੇਸ ਦੇ ਵਿੱਚ ਸਪੋਜ਼ ਕਰੋ ਕਿ ਮੈਂ ਔਰ ਇਸ ਇਲਾਕੇ ਨੂੰ ਉਸ ਇਲਾਕੇ ਦੇ ਵਿੱਚ ਭਾਰਤ ਦੇ ਵਿੱਚ ਰਹਿਣ ਵਾਲੇ ਜੋ ਲੋਕ ਨੇ, ਜੋ ਮੂਲ ਨਿਵਾਸੀ ਨੇ, ਉਹਨਾਂ ਨੂੰ ਕਬੀਲਾ ਯਾਨੀ ਕਿ ਉਹਨਾਂ ਦੇ ਸਮੁਦਾਇ ਨੂੰ ਕਬੀਲਾ ਕਹਿ ਰਿਹਾ ਹਾਂ। ਇੱਕ ਕਬੀਲਾ ਹੀ ਹੈ, ਉਸ ਕਬੀਲੇ ਦੇ ਵਿੱਚ 250 ਲੋਕ ਜੋ ਹੈ ਉਹ ਰਹਿ ਰਹੇ ਨੇ। ਤੇ ਹੁਣ ਉਹ ਕਬੀਲਾ ਇੱਕ ਪਰਟੀਕੂਲਰ ਨੀਤੀ ਅਪਣਾਉਣਾ ਚਾਹੁੰਦਾ ਹੈ। ਉਸ ਕਬੀਲੇ ਦੇ ਵਿੱਚ ਇਸ ਗੱਲ ਤੇ ਸਹਿਮਤੀ ਬਣਾਉਣੀ ਹੈ ਕਿ ਕੋਈ ਕਿਸੇ ਨੂੰ ਮਾਰ ਕੇ ਨਹੀਂ ਖਾਏਗਾ। ਮਤਲਬ ਇਨਸਾਨ ਆਦਮਖੋਰ ਸੀ ਉਸ ਸਮੇਂ ਦੇ ਵਿੱਚ, ਤਾਂ ਇਹ ਸਹਿਮਤੀ, ਇਹ ਕਾਨੂੰਨ ਬਣ ਰਿਹਾ ਹੈ ਇੱਕ ਤਰ੍ਹਾਂ ਨਾਲ ਕਿ ਕੋਈ ਕਿਸੇ ਨੂੰ ਮਾਰ ਕੇ ਨਹੀਂ ਖਾਏਗਾ। ਜੇ ਕੋਈ ਕਿਸੇ ਨੂੰ ਮਾਰ ਕੇ ਖਾਏਗਾ ਤਾਂ ਪੂਰਾ ਕਬੀਲਾ ਉਸ ਵਿਅਕਤੀ ਨੂੰ ਮਾਰ ਕੇ ਖਾ ਜਾਏਗਾ ਜਿਸ ਵੱਲੋਂ ਦੂਸਰੇ ਦੇ ਅਧਿਕਾਰਾਂ ਦਾ ਹਨਨ ਕੀਤਾ ਗਿਆ ਹੈ, ਦੂਸਰੇ ਦੇ ਜੀਵਨ ਦੇ ਅਧਿਕਾਰ ਨੂੰ ਜਿਹੜਾ ਹੈ ਉਹ ਖੋਇਆ ਗਿਆ ਹੈ। ਸੋ ਕੀ ਹੋਇਆ ਕਿ 250 ਲੋਕ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਬੈਠੇ ਔਰ ਇਹ ਕਿਹਾ ਗਿਆ ਕਿ ਅਸੀਂ ਜੀਵਨ ਦੇ ਅਧਿਕਾਰ ਦਾ ਕਾਨੂੰਨ ਪਾਸ ਕਰਨਾ ਹੈ, ਸਾਰੇ ਆਪਣੀ ਆਪਣੀ ਸਲਾਹ ਦਿਓ, ਸਾਰੇ ਆਪਣੀ ਆਪਣੀ ਓਪੀਨੀਅਨ ਦਿਓ। ਜਦੋਂ ਓਪੀਨੀਅਨਸ ਹੋ ਗਈਆਂ, ਵਿਚਾਰ ਵਟਾਂਦਰਾ ਹੋ ਗਿਆ, ਉਸ ਤੋਂ ਬਾਅਦ ਵੋਟਿੰਗ ਕਰਵਾਈ ਗਈ ਔਰ 150 ਲੋਕਾਂ ਨੇ ਕਿਹਾ ਕਿ ਹਾਂ ਅਸੀਂ ਇਸ ਕਾਨੂੰਨ ਦੇ ਪੱਖ ਵਿੱਚ ਹਾਂ ਕਿ ਜੇ ਕੋਈ ਕਿਸੇ ਦੇ ਜੀਣ ਦਾ ਅਧਿਕਾਰ ਖੋਏਗਾ, ਜੇ ਕੋਈ ਕਿਸੇ ਨੂੰ ਮਾਰ ਦੇਗਾ, ਉਸ ਕੇਸ ਦੇ ਵਿੱਚ ਸਾਰਾ ਕਬੀਲਾ ਦੂਸਰੇ ਇਨਸਾਨ ਨੂੰ, ਜਿਹੜਾ ਦੋਸ਼ੀ ਹੈ, ਜਿਹੜਾ ਅਪਰਾਧੀ ਹੈ, ਉਹਨੂੰ ਸਜ਼ਾ ਦੇਗਾ। 150 ਵੋਟਾਂ ਇੱਕ ਪਾਸੇ ਪਈਆਂ, ਹਾਂ ਪੱਖੀ ਪਈਆਂ, 100 ਵੋਟਾਂ ਜੋ ਹੈ ਉਹ ਨਹੀਂ ਪੱਖੀ ਪਈਆਂ। ਸੋ ਨਿਰਣਾ ਲੈ ਲਿਆ ਗਿਆ, ਕਾਨੂੰਨ ਬਣ ਜਾਏਗਾ ਕਿਉਂਕਿ 150 ਲੋਕ ਉਸ ਕਾਨੂੰਨ ਦੇ ਪੱਖ ਦੇ ਵਿੱਚ ਨੇ। ਇਹ ਤਾਂ ਪ੍ਰਤੱਖ ਲੋਕਤੰਤਰ ਦਾ ਐਗਜ਼ਾਮਪਲ ਹੈ। ਪ੍ਰਤੱਖ ਲੋਕਤੰਤਰ ਦਾ ਇਹ ਤਾਂ ਬਹੁਤ ਪੁਰਾਣਾ ਐਗਜ਼ਾਮਪਲ ਹੋ ਗਿਆ। ਮੈਂ ਕਰੰਟ ਐਗਜ਼ਾਮਪਲ ਵੀ ਲੈ ਲੈਣਾ ਹਾਂ। ਤੁਹਾਡੇ ਪਿੰਡ ਦੇ ਵਿੱਚ, ਜੇ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਤਾਂ ਗ੍ਰਾਮ ਸਭਾ, ਜਿਹੜਾ ਵੀ ਵਿਅਕਤੀ 18 ਸਾਲ ਤੋਂ ਉੱਤੇ ਦੀ ਉਮਰ ਦਾ ਹੈ ਉਹ ਗ੍ਰਾਮ ਸਭਾ ਦਾ ਮੈਂਬਰ ਹੁੰਦਾ ਹੈ। ਪੰਚ ਜਿਹੜੇ ਹੈ, ਸਰਪੰਚ, ਉਹ ਇੱਕ ਅਲੱਗ ਅਹੁਦਾ ਹੈ। ਗ੍ਰਾਮ ਪੰਚਾਇਤ ਇੱਕ ਅਲੱਗ ਕਨਸਟੀਟਿਊਸ਼ਨਲ ਬਾਡੀ ਹੈ, ਸੰਵਿਧਾਨਿਕ ਬਾਡੀ ਹੈ, ਜਿਹਦੇ ਬਾਰੇ ਮੈਂ ਗੱਲ ਕਰਨੀ ਹੈ। ਲੇਕਿਨ ਜੇ ਮੈਂ ਹਲੇ ਪ੍ਰਤੱਖ ਲੋਕਤੰਤਰ ਦਾ ਮਾਡਰਨ ਐਗਜ਼ਾਮਪਲ ਦੇਖਣਾ ਚਾਹਾਂ ਤਾਂ ਉਹ ਗ੍ਰਾਮ ਸਭਾ ਹੈ। ਗ੍ਰਾਮ ਸਭਾ ਦੇ ਵਿੱਚ 18 ਤੋਂ ਵੱਧ ਸਾਲਾਂ ਦੇ ਜਿੰਨੇ ਵੀ ਵਿਅਕਤੀ ਨੇ, ਜੋ ਐਡਲਟ ਨੇ, ਜਿਨ੍ਹਾਂ ਨੂੰ ਐਡਲਟ ਕਿਹਾ ਜਾਏਗਾ, ਬਾਲਗ ਕਿਹਾ ਜਾਏਗਾ, ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਮਿਲਿਆ ਹੁੰਦਾ। ਸਾਡੇ ਦੇਸ਼ ਦੇ ਵਿੱਚ ਵੋਟ ਪਾਉਣ ਲਈ ਜਿਹੜੀ ਉਮਰ ਤੈਅ ਕੀਤੀ ਗਈ ਹੈ ਉਹ 18 ਸਾਲ ਹੈ। ਸੋ 18 ਸਾਲ ਤੋਂ ਉੱਪਰ ਦਾ ਕੋਈ ਵੀ ਵਿਅਕਤੀ ਜੋ ਹੈ ਉਹ ਗ੍ਰਾਮ ਸਭਾ ਦਾ ਮੈਂਬਰ ਹੋਏਗਾ। ਸੋ ਗ੍ਰਾਮ ਸਭਾ ਦੀਆਂ ਮੀਟਿੰਗਾਂ ਸਾਲ ਦੇ ਵਿੱਚ ਕੁਝ ਨਿਸ਼ਚਿਤ ਹੁੰਦੀਆਂ ਹੈ, ਜੋ ਹਰ ਸੂਬੇ ਦੇ ਕਾਨੂੰਨਾਂ ਦੇ ਅਨੁਸਾਰ ਵੱਖ-ਵੱਖ ਹੋ ਸਕਦੀ ਹੈ ਜਿਨ੍ਹਾਂ ਦੀ ਗਿਣਤੀ। ਸੋ ਮੈਂ ਇਹ ਸਪੋਜ਼ ਕਰ ਲੈਣਾ ਕਿ ਸੂਬੇ ਦਾ ਕਾਨੂੰਨ ਕਹਿੰਦਾ ਹੈ ਕਿ ਹਰ ਗ੍ਰਾਮ ਸਭਾ ਨੂੰ, ਹਰ ਪਿੰਡ ਦੀ ਜਿਹੜੀ ਗ੍ਰਾਮ ਸਭਾ ਬਣੀ ਹੋਈ ਹੈ, ਉਸ ਨੇ ਮਹੀਨੇ ਦੇ ਵਿੱਚ ਇੱਕ ਮੀਟਿੰਗ ਕਰਨੀ ਹੈ। ਸੋ ਉਸ ਇੱਕ ਮੀਟਿੰਗ ਦੇ ਦੌਰਾਨ ਪਿੰਡ ਦੇ 18 ਸਾਲ ਤੋਂ ਉੱਪਰ ਵਾਲੇ ਸਾਰੇ ਵਿਅਕਤੀ ਇਕੱਠੇ ਹੋਣਗੇ ਤੇ ਉਹਨਾਂ ਵੱਲੋਂ ਜੋ ਕੰਮ ਗ੍ਰਾਮ ਪੰਚਾਇਤ ਵੱਲੋਂ ਕੀਤੇ ਗਏ ਹਨ ਉਹਨਾਂ ਦਾ ਨਿਰੀਖਣ ਕੀਤਾ ਜਾਏਗਾ। ਇਹ ਦੇਖਿਆ ਜਾਏਗਾ ਕਿ ਜੋ ਧਨ ਗ੍ਰਾਮ ਪੰਚਾਇਤ ਨੂੰ ਦਿੱਤਾ ਗਿਆ ਸੀ ਉਸ ਦੀ ਆਪਟੀਮਮ ਯੂਟਿਲਾਈਜੇਸ਼ਨ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ, ਜਾਂ ਫਿਰ ਅਸੀਂ ਪਿੰਡ ਦੇ ਵਿਕਾਸ ਦੇ ਲਈ ਕਿਹੜੀਆਂ-ਕਿਹੜੀਆਂ ਨੀਤੀਆਂ ਬਣਾ ਸਕਦੇ ਹਾਂ, ਜਾਂ ਕਾਨੂੰਨ ਜੋ ਲੋਕਲ ਲੈਵਲ ਤੇ ਇੰਪਲੀਮੈਂਟ ਕੀਤੇ ਜਾ ਸਕਦੇ ਹੋਣ ਉਹਨਾਂ ਨੂੰ ਅਸੀਂ ਬਣਾ ਸਕਦੇ ਹਾਂ, ਉਹਨਾਂ ਦਾ ਨਿਰਮਾਣ ਕਰ ਸਕਦੇ ਹਾਂ। ਸੋ ਇਹ ਤਾਂ ਪ੍ਰਤੱਖ ਲੋਕਤੰਤਰ ਦਾ ਇੱਕ ਮਾਡਰਨ ਐਗਜ਼ਾਮਪਲ ਹੋ ਗਿਆ ਤੁਹਾਡੀ ਗ੍ਰਾਮ ਸਭਾ। ਸੋ ਜੇ ਹੁਣ ਗੱਲ ਕਰਾਂ ਮੈਂ ਸੰਸਦੀ ਲੋਕਤੰਤਰ ਦੀ, ਜਿਹਨੂੰ ਅਪ੍ਰਤੱਖ ਲੋਕਤੰਤਰ ਕਿਹਾ ਜਾਂਦਾ ਹੈ, ਸੋ ਮੈਂ ਉਸ ਸ਼ਬਦ ਤੇ ਆਉਣ ਜਾ ਰਿਹਾ ਹਾਂ। ਜਿਵੇਂ ਕਿ ਮੈਂ ਦੱਸਿਆ ਸੀ ਕਿ ਭਾਰਤ ਦੇ ਵਿੱਚ ਇੱਕ ਹੀ ਕਬੀਲਾ ਰਹਿੰਦਾ ਸੀ, ਠੀਕ ਹੈ। ਉਸ ਕਬੀਲੇ ਦਾ ਜੋ ਸਰਦਾਰ ਸੀ ਉਸਦਾ ਨਾਮ ਭਾਰਤ ਸੀ, ਜਿਸ ਕਰਕੇ ਇਸ ਦੇਸ਼ ਦਾ ਨਾਮ ਭਾਰਤ ਪਿਆ। ਸੋ ਹੁਣ ਸੰਸਾਧਨ ਵਧਣ ਕਰਕੇ ਜੋ ਹੈ ਦੇਸ਼ ਦੀ ਆਬਾਦੀ ਵੀ ਵਧਦੀ ਗਈ, ਠੀਕ ਹੈ। ਅੱਜ ਭਾਰਤ ਦੀ ਆਬਾਦੀ 150 ਕਰੋੜ ਦੇ ਆਸ-ਪਾਸ ਹੈ। ਚਾਈਨਾ ਤੋਂ ਬਾਅਦ, ਚੀਨ ਤੋਂ ਬਾਅਦ ਭਾਰਤ ਆਬਾਦੀ ਦੇ ਵਿੱਚ ਦੂਜੇ ਨੰਬਰ ਦਾ ਦੇਸ਼ ਹੈ। ਸੋ ਅਸੀਂ ਇਸ ਸਮੇਂ 135 ਕਰੋੜ ਦੀ ਆਬਾਦੀ 2011 ਦੇ ਸਰਵੇਖਣ ਦੇ ਅਨੁਸਾਰ, ਸੈਂਸਸ ਦੇ ਅਨੁਸਾਰ ਹੈ। ਸੋ ਕੀ ਤੁਹਾਨੂੰ ਲੱਗਦਾ ਹੈ ਕਿ ਜਿਵੇਂ 250 ਲੋਕਾਂ ਨੇ ਰਲ ਕੇ ਇੱਕ ਨਿਰਣੇ ਲਿਆ ਸੀ, ਉਸ ਤਰੀਕੇ ਦਾ ਨਿਰਣੇ ਜਾਂ ਵਿਚਾਰ ਵਟਾਂਦਰਾ 135 ਕਰੋੜ ਲੋਕਾਂ ਨੂੰ ਇੱਕ ਜਗ੍ਹਾ ਤੇ ਬਿਠਾ ਕੇ
ਇਹੋ ਜਿਹਾ ਨਿਰਣੇ ਲਿਆ ਜਾ ਸਕਦਾ ਹੈ। ਪਹਿਲਾਂ ਤਾਂ ਸਾਡੇ ਕੋਲ ਇੰਨੀ ਜਗ੍ਹਾ ਹੀ ਨਹੀਂ ਹੋਏਗੀ। ਉਸ ਤੋਂ ਬਾਅਦ ਕੀ ਤੁਸੀਂ ਇਹ ਇਮੇਜਿਨ ਕਰ ਪਾ ਰਹੇ ਹੋ ਕਿ ਉਸ ਨਿਰਣੇ ਲੈਣ ਨੂੰ ਕਿੰਨੇ ਸਾਲ ਲੱਗ ਜਾਣਗੇ? ਜੇ ਸਪੋਜ਼ ਕਰ ਲਓ ਕਿ ਇੱਕ ਕਾਨੂੰਨ ਬਣਾਉਣ ਲਈ ਤੁਸੀਂ 135 ਕਰੋੜ ਲੋਕਾਂ ਦੀ ਹਾਂ ਜਾਂ ਨਾ ਦਾ ਇੰਤਜ਼ਾਰ ਕਰਨਾ ਹੈ। ਉਸ ਤੋਂ ਬਾਅਦ ਜ਼ਰੂਰੀ ਤਾਂ ਨਹੀਂ ਹੈ ਕਿ 135 ਕਰੋੜ ਲੋਕਾਂ ਦੇ ਵਿੱਚ ਸਾਰਿਆਂ ਦੀ ਰੁਚੀ ਉਸ ਕਾਨੂੰਨ ਦੇ ਵਿੱਚ ਹੋਵੇ ਤੇ ਉਹ ਸਾਰੇ ਉਸ ਜਗ੍ਹਾ ਤੇ ਮੌਜੂਦ ਹੋਣ। ਸ਼ਾਇਦ ਕੋਈ ਆਵੇ ਹੀ ਨਾ, ਜੇ ਕੋਈ ਆਵੇ ਵੀ ਤਾਂ ਉੱਥੇ ਹੋ ਹੱਲਾ ਹੰਗਾਮਾ ਕਰਨ, ਸ਼ੋਰ ਸ਼ਰਾਬਾ ਕਰਨ, ਸ਼ਰਾਰਤਾਂ ਕਰਨ ਆਵੇ। ਜਿਵੇਂ ਸਾਡੀ ਕਲਾਸ ਦੇ ਵਿੱਚ ਬਹੁਤ ਸਾਰੇ ਬੱਚੇ ਅਕਸਰ ਪੜ੍ਹਨ ਲਈ ਨਹੀਂ, ਸਿਰਫ ਸ਼ਰਾਰਤਾਂ ਲਈ ਹੀ ਆਉਂਦੇ ਹਨ, ਉਹਨਾਂ ਦੀ ਪੜ੍ਹਾਈ ਦੇ ਵਿੱਚ ਕੋਈ ਰੁਚੀ ਨਹੀਂ ਹੁੰਦੀ। ਸੋ ਉਸੇ ਤਰੀਕੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਹੈ ਪੋਲੀਟਿਕਸ 'ਚ, ਕੋਈ ਰਾਜਨੀਤੀ 'ਚ ਕੋਈ ਰੁਚੀ ਹੀ ਨਹੀਂ ਹੋਏਗੀ। ਜਿਵੇਂ ਸਾਡੀਆਂ ਮਾਵਾਂ ਹੈ, ਉਹਨਾਂ ਨੂੰ ਅਸੀਂ ਜਿੱਥੇ ਦੱਸ ਦਿੰਦੇ ਹਾਂ ਉੱਥੇ ਜਾ ਕੇ ਵੋਟ ਪਾ ਦਿੰਦੀਆਂ, ਉਹ ਵਾਲਾ ਬਟਨ ਦੱਬ ਦਿੰਦੀਆਂ ਹਨ। ਸੋ ਹੁਣ ਪ੍ਰਤੱਖ ਲੋਕਤੰਤਰ ਦੀ ਇਹ ਸਮੱਸਿਆ ਹੋ ਗਈ ਕਿ ਇੱਕ ਤਾਂ ਇੰਨੇ ਸਾਰੇ ਲੋਕਾਂ ਨੂੰ ਬਿਠਾਉਣਾ ਔਖਾ ਹੈ ਜਦੋਂ ਆਬਾਦੀ ਬਹੁਤ ਜ਼ਿਆਦਾ ਵੱਧ ਜਾਵੇ, ਠੀਕ ਹੈ। ਸੋ ਇਸ ਲਈ ਇਹ ਤੈਅ ਕੀਤਾ ਗਿਆ ਕਿ ਸਾਡੇ ਵੱਲੋਂ ਆਪਣਾ ਇੱਕ ਨੁਮਾਇੰਦਾ, ਜਿਹਨੂੰ ਮਾਡਰਨ ਭਾਸ਼ਾ 'ਚ ਲੀਡਰ ਕਹਿ ਦਿੱਤਾ ਜਾਂਦਾ ਹੈ, ਰਿਪਰੈਜ਼ੈਂਟੇਟਿਵ ਕਹਿ ਦਿੱਤਾ ਜਾਂਦਾ ਹੈ, ਆਪਣਾ ਨੁਮਾਇੰਦਾ ਚੁਣਿਆ ਜਾਏਗਾ ਜੋ ਕਿ ਇੱਕ ਖਾਸ ਵਿਸ਼ੇਸ਼ ਜਗ੍ਹਾ ਤੇ ਜਾ ਕੇ ਸਾਡੀ ਆਵਾਜ਼ ਨੂੰ, ਸਾਡੇ ਹੱਕਾਂ ਨੂੰ ਜੋ ਹੈ ਉਹ ਬੁਲੰਦ ਕਰੇਗਾ। ਜਿਵੇਂ ਕਿ ਹੁਣੇ ਪੰਜਾਬ ਵਿੱਚ 2022 ਚ ਵਿਧਾਨ ਸਭਾ ਦੇ ਇਲੈਕਸ਼ਨ ਹੋਏ। ਵਿਧਾਨ ਸਭਾ ਦੇ ਇਲੈਕਸ਼ਨ ਦਾ ਮਤਲਬ ਹੈ ਲੈਜਿਸਲੇਟਿਵ ਅਸੈਂਬਲੀ, ਜਿਹਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ, ਤੇ ਉਸ ਦੇ ਅੰਦਰ ਜਿਹੜਾ ਵੀ ਅਸੀਂ ਨੁਮਾਇੰਦਾ ਚੁਣ ਕੇ ਭੇਜਾਂਗੇ ਉਸਨੂੰ MLA ਕਹਿੰਦੇ ਹਾਂ, ਯਾਨੀ ਕਿ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ। ਸੋ ਹੁਣ ਜਦੋਂ ਅਸੀਂ ਆਪਣੀ ਆਵਾਜ਼ ਆਪਣੇ ਨੁਮਾਇੰਦੇ ਦੇ ਰਾਹੀਂ ਲੋਕਤੰਤਰ ਵਿੱਚ ਬਰਕਰਾਰ ਕਰ ਰਹੇ ਹਾਂ, ਕਿਉਂਕਿ ਸਾਡਾ ਨੁਮਾਇੰਦਾ ਜਾ ਕੇ ਸਾਡੇ ਬਿਹਾਫ ਤੇ ਵਿਚਾਰ ਵਟਾਂਦਰਾ ਕਰ ਰਿਹਾ ਹੈ ਉਸ ਵਿਧਾਨ ਸਭਾ ਦੇ ਵਿੱਚ, ਯਾਨੀ ਕਿ ਕੰਸਲਟੇਸ਼ਨ, ਸਲਾਹ ਹੋ ਗਈ। ਉਸ ਤੋਂ ਬਾਅਦ ਜਦੋਂ ਉਸ ਵਿਧਾਨ ਸਭਾ ਦੇ ਵਿੱਚ ਕਿਸੇ ਖਾਸ ਕਾਨੂੰਨ ਨੂੰ ਲੈ ਕੇ, ਕਿਸੇ ਨਿਰਣੇ ਨੂੰ ਲੈ ਕੇ ਵੋਟਿੰਗ ਹੋ ਰਹੀ ਹੈ, ਤਾਂ ਉਸ ਵੇਲੇ ਉਹ ਨੁਮਾਇੰਦਾ ਸਾਡੇ ਬਿਹਾਫ ਤੇ ਵੋਟਿੰਗ ਵੀ ਕਰੇਗਾ, ਕਿਉਂਕਿ ਉਸ ਨੁਮਾਇੰਦੇ ਕੋਲ ਅਸੀਂ ਇਹ ਮੰਨਦੇ ਹਾਂ ਕਿ ਜੋ ਰਾਜਨੀਤੀ ਲਈ ਜ਼ਰੂਰੀ ਸਕਿੱਲਸ ਨੇ ਉਹ ਹੈ, ਉਸਦੀ ਪੜ੍ਹਨ ਦੇ ਵਿੱਚ ਵਿਸ਼ੇਸ਼ ਰੁਚੀ ਹੈ, ਉਸਦੀ ਵੱਖ-ਵੱਖ ਵਿਸ਼ਿਆਂ ਦੇ ਵਿੱਚ ਮਾਹਰਤਾ ਹੈ, ਅਨੁਭਵ ਹੈ ਉਸਨੂੰ। ਸੋ ਇਹ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੋਇਆ ਉਹ ਸਾਡਾ ਨੁਮਾਇੰਦਾ ਬਣਿਆ ਹੈ। ਲੇਕਿਨ ਉਸ ਨੁਮਾਇੰਦੇ ਨੂੰ ਸ਼ਕਤੀ ਕਿੱਥੋਂ ਪ੍ਰਾਪਤ ਹੋ ਰਹੀ ਹੈ? ਉਸ ਨੂੰ ਸ਼ਕਤੀ ਪ੍ਰਾਪਤ ਹੋ ਰਹੀ ਹੈ ਆਮ ਜਨਤਾ ਤੋਂ, ਕਿਉਂਕਿ ਆਮ ਜਨਤਾ ਨੇ ਉਹ ਨੁਮਾਇੰਦਾ ਜੋ ਹੈ ਚੁਣਿਆ ਹੈ, ਜੋ ਸਾਡੇ ਬਿਹਾਫ ਤੇ ਜਾ ਕੇ ਸਾਡੇ ਪ੍ਰਸ਼ਾਸਨ ਲਈ, ਸਾਡੇ ਤੇ ਸ਼ਾਸਨ ਕਰਨ ਦੇ ਲਈ ਨਿਰਣੇ ਲੈ ਰਿਹਾ ਹੈ। ਪ੍ਰਤੱਖ ਲੋਕਤੰਤਰ, ਵੈਸੇ ਇਹ ਤਾਂ ਹੋ ਗਈ ਸੰਸਦੀ ਲੋਕਤੰਤਰ ਦੀ ਗੱਲ। ਪ੍ਰਤੱਖ ਲੋਕਤੰਤਰ ਦੀ ਮੈਂ ਇੱਕ ਗੱਲ ਹੋਰ ਦੱਸਣਾ ਚਾਹੂੰਗਾ। ਮਾਡਰਨ ਫਾਰਮ ਦੇ ਵਿੱਚ ਪ੍ਰਤੱਖ ਲੋਕਤੰਤਰ ਹਲੇ ਵੀ ਕੁਝ ਦੇਸ਼ਾਂ ਜਿਨ੍ਹਾਂ ਦੀ ਆਬਾਦੀ ਬਹੁਤ ਘੱਟ ਹੈ, ਸ਼ਾਇਦ ਲੱਖਾਂ ਦੇ ਵਿੱਚ ਆਬਾਦੀ ਹੈ, ਉੱਥੇ ਕਿਸੇ ਨਾ ਕਿਸੇ ਰੂਪ ਵਿੱਚ ਬਰਕਰਾਰ ਹੈ। ਜਿਵੇਂ ਸਵਿਟਜ਼ਰਲੈਂਡ ਹੋ ਗਿਆ ਜਾਂ ਫਿਰ ਸਵੀਡਨ ਹੋ ਗਿਆ, ਇਹੋ ਜਿਹੇ ਠੰਡੇ ਪ੍ਰਦੇਸ਼ਾਂ ਦੀ ਆਬਾਦੀ ਘੱਟ ਹੋਣ ਕਰਕੇ ਉੱਥੇ ਪ੍ਰਤੱਖ ਲੋਕਤੰਤਰ ਹਲੇ ਵੀ ਬਰਕਰਾਰ ਹੈ। ਉੱਥੇ ਉਹਨਾਂ ਨੂੰ ਆਪਣੇ ਨੁਮਾਇੰਦੇ ਚੁਣ ਕੇ ਕਿਸੇ ਵਿਸ਼ੇਸ਼ ਜਗ੍ਹਾ ਤੇ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਨਹੀਂ ਭੇਜਣੇ ਪੈਂਦੇ, ਸਗੋਂ ਉਹ ਆਪਣੇ ਤੇ ਕਿਹੜੇ ਕਾਨੂੰਨ ਲਾਗੂ ਹੋਣਗੇ ਉਹਨਾਂ ਦਾ ਨਿਰਣੇ ਲੋਕ, ਯਾਨੀ ਕਿ ਜਨਤਾ ਜਨਾਰਦਨ ਆਪ ਕਰਦੀ ਹੈ। ਸੋ ਉਹ ਲੋਕ ਪੋਲੀਟੀਕਲੀ ਬਹੁਤ ਜ਼ਿਆਦਾ ਐਕਟਿਵ ਵੀ ਨੇ ਔਰ ਸਮਝਦਾਰ ਵੀ ਕਹਿ ਸਕਦੇ ਹਾਂ, ਜਾਂ ਰੁਚੀਕਰ ਵੀ ਨੇ। ਰੁਚੀ ਹੈ ਉਹਨਾਂ ਦੀ ਉਹਨਾਂ ਕਾਨੂੰਨਾਂ ਦੇ ਵਿੱਚ, ਰਾਜਨੀਤੀ ਦੇ ਵਿੱਚ। ਸੋ ਇਹਨਾਂ ਦੋਨਾਂ ਸ਼ਬਦਾਂ ਨੂੰ ਉਮੀਦ ਕਰਦਾ ਮੈਂ ਬਹੁਤ ਚੰਗੀ ਤਰ੍ਹਾਂ ਕਲੀਅਰ ਕਰ ਪਾਇਆ ਹੋਊਗਾ। ਹੁਣ ਮੈਂ ਚੈਪਟਰ 13 ਦੀ ਸ਼ੁਰੂਆਤ ਬਿਲਕੁਲ ਬੇਫਿਕਰ ਹੋ ਕੇ ਕਰ ਸਕਦਾ ਹਾਂ, ਤੁਸੀਂ ਮੇਰੀ ਹਰ ਗੱਲ ਨੂੰ ਈਜ਼ੀਲੀ ਰਿਲੇਟ ਕਰ ਪਾਓਗੇ। ਸੋ ਇੱਕ ਸੀਨ ਬਣਾਇਆ ਗਿਆ ਹੈ ਜਿਹਦੇ ਵਿੱਚ 12ਵੀਂ ਜਮਾਤ ਦੇ ਦੋ ਬੱਚੇ ਆਪਸ ਦੇ ਵਿੱਚ ਗੱਲ ਕਰ ਰਹੇ ਨੇ, ਜਿਹਦੇ ਵਿੱਚ ਇੱਕ ਬੱਚਾ ਇਹ ਕਹਿ ਰਿਹਾ ਹੈ ਕਿ ਮੇਰੀ ਉਮਰ 18 ਸਾਲ ਹੋ ਗਈ ਹੈ ਤੇ ਮੈਂ ਹੁਣ ਵੋਟ ਪਾ ਸਕਾਂਗਾ। ਦੂਸਰਾ ਬੱਚਾ ਕਹਿ ਰਿਹਾ ਹੈ ਹਾਂ ਮੇਰੀ ਵੀ ਉਮਰ 18 ਸਾਲ ਕੁਝ ਦਿਨਾਂ ਦੇ ਵਿੱਚ, ਕੁਝ ਮਹੀਨਿਆਂ ਦੇ ਵਿੱਚ ਪੂਰੀ ਹੋ ਜਾਏਗੀ, ਸੋ ਮੈਂ ਵੀ ਵੋਟਰ ਬਣ ਸਕਦਾ ਹਾਂ। ਸੋ ਹੁਣ ਇੱਕ ਸ਼ਬਦ ਨਵਾਂ ਆ ਚੁੱਕਾ ਹੈ ਆਪਣੇ ਵੱਲੋਂ, ਵੋਟਰ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਅਸੀਂ ਆਪਣਾ ਨੁਮਾਇੰਦਾ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜ ਰਹੇ ਹਾਂ, ਮਤਲਬ ਅਸੀਂ ਵੋਟਰ ਹੋਏ, ਅਸੀਂ ਮਤਦਾਤਾ ਹੋਏ। ਮਤ ਯਾਨੀ ਕਿ ਮੇਰਾ ਆਪਣਾ ਵੋਟ ਕਿਹੜੇ ਨੁਮਾਇੰਦੇ ਦੇ ਹੱਕ ਦੇ ਵਿੱਚ ਹੋਏਗਾ, ਸੋ ਉਸ ਨੂੰ ਮਤਦਾਨ ਕਿਹਾ ਜਾ ਰਿਹਾ ਹੈ। ਤਾਂ 18 ਸਾਲ ਤੋਂ ਉੱਪਰ
ਤੇ ਵਿਅਕਤੀ ਨੂੰ ਭਾਰਤ ਵਿੱਚ ਬਾਲਗ ਮੰਨਿਆ ਜਾਂਦਾ ਹੈ, ਐਡਲਟ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਉਸ ਦਾ ਬੁੱਧੀ ਵਿਵੇਕ ਜੋ ਹੈ ਵਿਕਸਿਤ ਹੋ ਚੁੱਕਿਆ ਹੈ ਤੇ ਉਹ ਆਪਣੀ ਜ਼ਿੰਦਗੀ ਦੇ ਨਿਰਣੇ ਆਪ ਲੈ ਸਕਦਾ ਹੈ। ਭਾਰਤ ਦੇ ਵਿੱਚ ਵਿਆਹ ਦੀ ਜੋ ਉਮਰ ਹੈ ਉਹ ਲੜਕਿਆਂ ਲਈ 21 ਸਾਲ ਹੈ, ਲੜਕੀਆਂ ਲਈ 18 ਸਾਲ ਹੈ, ਲੇਕਿਨ ਵੋਟ ਪਾਉਣ ਦਾ ਅਧਿਕਾਰ ਦੋਨਾਂ ਨੂੰ 18 ਸਾਲ ਦਾ ਹੋਣ ਤੇ ਮਿਲ ਜਾਂਦਾ ਹੈ। ਸੋ ਉਹਨਾਂ ਦੇ ਨਾਲ ਹੀ ਇੱਕ 9ਵੀਂ ਜਮਾਤ ਦਾ ਬੱਚਾ ਵੀ ਬੈਠਾ ਹੈ, ਉਹਦੇ ਵੱਲੋਂ ਇਹ ਪੁੱਛਿਆ ਜਾਂਦਾ ਹੈ ਕਿ ਸਿਰਫ 18 ਸਾਲ ਦੀ ਉਮਰ ਪੂਰੀ ਕਰ ਲਈ ਤਾਂ ਕੀ ਤੁਸੀਂ ਵੋਟਰ ਬਣ ਗਏ? ਤਾਂ ਇਸ ਗੱਲ ਤੇ ਉਹਨਾਂ ਦੇ ਵਿੱਚ ਵਿਚਾਰ ਵਟਾਂਦਰਾ ਸ਼ੁਰੂ ਹੁੰਦੀ ਹੈ ਤੇ ਉਹ ਆਪਣੇ ਟੀਚਰ ਕੋਲ ਪਹੁੰਚਦੇ ਹੈ ਕਿ ਸਿਰਫ ਮੈਂ 18 ਸਾਲ ਦਾ ਹੋ ਗਿਆ ਤਾਂ ਕੀ ਮੈਂ ਜਾ ਕੇ ਵੋਟ ਪਾ ਸਕਦਾ ਹਾਂ? ਤਾਂ ਟੀਚਰ ਵੱਲੋਂ ਦੱਸਿਆ ਜਾਂਦਾ ਹੈ ਕਿ ਨਹੀਂ, ਤੁਸੀਂ 18 ਸਾਲ ਦੇ ਪੂਰੇ ਹੋ ਗਏ, ਤੁਹਾਨੂੰ ਆਪਣੇ ਜਨਮ ਪ੍ਰਮਾਣ ਪੱਤਰ ਯਾਨੀ ਕਿ ਜਨਮ ਮਿਤੀ ਦਾ ਜੋ ਸਬੂਤ ਹੈ, ਆਪਣੀ ਰਿਹਾਇਸ਼ ਦਾ ਸਬੂਤ ਦੇਣਾ ਪਏਗਾ, ਆਪਣਾ ਆਧਾਰ ਕਾਰਡ ਦੇਣਾ ਪਏਗਾ, ਇੱਕ ਪਾਸਪੋਰਟ ਸਾਈਜ਼ ਫੋਟੋ। ਇੱਕ ਅਧਿਕਾਰੀ ਹੈ ਜਿਸ ਦਾ ਨਾਮ ਦੱਸਿਆ ਗਿਆ ਬੂਥ ਲੈਵਲ ਅਧਿਕਾਰੀ। ਹਰ ਇਲਾਕੇ ਦੇ ਵਿੱਚ ਇੱਕ ਬੂਥ ਬਣਿਆ ਹੁੰਦਾ ਜਿੱਥੇ ਜਾ ਕੇ ਅਸੀਂ VOTING ਕਰਨੀ ਹੁੰਦੀ ਹੈ। ਕੁਝ ਟਾਈਮ ਬਾਅਦ ਅਲੱਗ-ਅਲੱਗ ਚੁਣਾਵਾਂ ਲਈ, ਉਹਨਾਂ ਦਾ ਮੈਂ ਜ਼ਿਕਰ ਹੁਣੇ ਕਰਾਂਗਾ, ਠੀਕ ਹੈ। ਸੋ ਅਸੀਂ ਆਪਣੇ ਬੂਥ ਲੈਵਲ ਅਧਿਕਾਰੀ ਜਿਸ ਨੂੰ BLO ਕਹਿ ਰਹੇ ਹਾਂ ਉਸ ਦੇ ਕੋਲ ਜਾਵਾਂਗੇ। ਉਹਨਾਂ ਨੂੰ ਜਾ ਕੇ ਮੈਂ ਦੱਸਾਂਗੀ ਕਿ ਮੈਂ 18 ਸਾਲ ਦਾ ਹੋ ਗਿਆ। ਉਹ ਕਹਿਣਗੇ ਤੁਸੀਂ ਆਪਣੇ ਪ੍ਰੂਫ ਦਿਓ। ਮੈਂ ਆਪਣੇ ਪ੍ਰੂਫ ਦਊਂਗਾ, ਆਪਣੀ 10th ਦਾ ਮਾਰਕਸ਼ੀਟ ਦੇ ਸਕਦਾ ਜਿਹਦੇ ਵਿੱਚ ਜੋ ਮੇਰੀ ਜਨਮ ਮਿਤੀ ਹੈ ਉਸਨੂੰ ਵੈਲਿਡ ਮੰਨਿਆ ਜਾਂਦਾ। ਆਧਾਰ ਕਾਰਡ ਦਊਂਗਾ, ਰਿਹਾਇਸ਼ ਦਾ ਸਬੂਤ ਦਊਂਗਾ ਕਿ ਮੈਂ ਇਸੇ ਇਲਾਕੇ ਦੇ ਵਿੱਚ, ਤੁਹਾਡੇ ਬੂਥ ਵਾਲੇ ਇਲਾਕੇ ਦੇ ਵਿੱਚ ਹੀ ਰਹਿ ਰਿਹਾ ਹਾਂ, ਔਰ ਪਾਸਪੋਰਟ ਸਾਈਜ਼ ਫੋਟੋ ਦਊਂਗਾ। ਤਾਂ ਮੇਰਾ ਵੋਟਰ ਕਾਰਡ ਜਿਸਨੂੰ ਐਪਿਕ ਕਾਰਡ ਕਿਹਾ ਜਾਂਦਾ ਹੈ, ਉਹ ਵੋਟਰ ਕਾਰਡ ਜੋ ਕਿ ਫੋਟੋ ਦੇ ਵਿੱਚ ਤੁਹਾਨੂੰ ਦਿਖ ਵੀ ਰਿਹਾ ਹੈ ਸਾਹਮਣੇ, ਉਹ ਬਣ ਕੇ ਮੇਰੇ ਘਰੇ ਆ ਜਾਏਗਾ। ਸੋ ਬੂਥ ਲੈਵਲ ਅਧਿਕਾਰੀ ਦਾ ਇੱਥੇ ਕੰਮ ਕੀ ਹੈ? ਬੂਥ ਲੈਵਲ ਅਧਿਕਾਰੀ ਵੱਲੋਂ ਚੋਣਾਂ ਤੋਂ ਪਹਿਲਾਂ ਜਦੋਂ ਵੀ ਚੋਣਾਂ ਹੋਣਗੀਆਂ, ਜਿਵੇਂ ਕਿ ਮੈਂ ਮੰਨਦਾ ਕਿ ਵਿਧਾਨ ਸਭਾ ਦੀ ਟਰਮ ਜੋ ਹੈ ਯਾਨੀ ਕਿ ਜੋ ਵਿਧਾਨ ਸਭਾ ਦੀ ਮਿਆਦ ਹੈ ਉਹ 5 ਸਾਲ ਹੈ। 2017 ਚ ਹੋਈਆਂ ਸੀ, ਹੁਣ 2022 ਚ ਹੋਈਆਂ, ਹੁਣ ਅਗਲੀ ਵਾਰ 2027 ਚ ਹੋਣਗੀਆਂ। ਸੋ 2027 ਤੋਂ ਪਹਿਲਾਂ BLO ਵੱਲੋਂ ਉਹਨਾਂ ਸਾਰੇ ਨਾਮਾਂ ਨੂੰ ਜਿਹੜਾ ਨਵੇਂ ਮਤਦਾਤਾ ਬਣੇ ਨੇ, ਜਿਹੜੇ ਨਵੇਂ ਵੋਟਰ ਬਣੇ ਨੇ ਜਿਨ੍ਹਾਂ ਵੱਲੋਂ 18 ਸਾਲ ਉਮਰ ਪੂਰੀ ਕਰ ਲਈ ਸੀ, ਉਹਨਾਂ ਦਾ ਨਾਮ ਇੱਕ ਵੋਟਰ ਲਿਸਟ ਦੇ ਵਿੱਚ, ਉਸ ਵੋਟਰ ਸੂਚੀ ਦੇ ਵਿੱਚ ਐਡ ਕਰ ਦਿੱਤਾ ਜਾਏਗਾ। ਲੇਕਿਨ ਕੁਝ ਇਸ ਤਰ੍ਹਾਂ ਦੇ ਹਾਲਾਤ ਵੀ ਤਾਂ ਹੋ ਸਕਦੇ ਹੈ ਕਿ ਅਨਫੋਰਚੂਨੇਟਲੀ ਕਿਸੇ ਬਜ਼ੁਰਗ ਦੀ ਡੈਥ ਹੋ ਗਈ ਹੈ, ਕਿਸੇ ਵੋਟਰ ਦੀ ਉਸ ਇਲਾਕੇ 'ਚ ਡੈਥ ਹੋ ਗਈ, ਸੋ ਉਹ ਨਾਮਾਂ ਨੂੰ ਕੱਟ ਦਿੱਤਾ ਜਾਏਗਾ BLO ਵੱਲੋਂ ਉਸ ਵੋਟਰ ਸੂਚੀ ਵਿੱਚੋਂ। ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਕੁਝ ਲੋਕ ਨੌਕਰੀ ਦੀ ਭਾਲ ਦੇ ਵਿੱਚ ਵਿਦੇਸ਼ਾਂ ਨੂੰ ਚਲੇ ਗਏ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਚਲੇ ਗਏ। ਸੋ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਕਿਸੇ ਲੜਕੀ ਦੀ ਮੈਰਿਜ ਹੋ ਗਈ ਤੇ ਉਹ ਵਿਆਹ ਕੇ ਆਪਣੇ ਸਹੁਰੇ ਘਰ ਚਲੇ ਗਈ ਕਿਸੇ ਹੋਰ ਸਟੇਟ ਦੇ ਵਿੱਚ ਜਾਂ ਕਿਸੇ ਹੋਰ ਰਾਜ ਵਿੱਚ ਜਾਂ ਫਿਰ ਕਿਸੇ ਹੋਰ ਕਨਸਟੀਟੂਐਂਸੀ, ਕਿਸੇ ਹੋਰ ਮੁਹੱਲੇ ਦੇ ਵਿੱਚ, ਠੀਕ ਹੈ। ਸੋ ਇਹ ਕਿਹਾ ਜਾਏਗਾ ਕਿ ਤੁਸੀਂ ਆਪਣੀ ਵੋਟ ਜਿੱਥੇ ਤੁਸੀਂ ਚਲੇ ਗਏ ਹੋ ਉੱਥੇ ਬਣਵਾਓ। ਇੱਥੋਂ ਦੀ ਜਿਸ ਇਲਾਕੇ ਦੇ ਵਿੱਚ ਤੁਹਾਡੀ ਵੋਟ ਬੋਲ ਰਹੀ ਹੈ ਲੇਕਿਨ ਤੁਸੀਂ ਹੁਣ ਉਸ ਇਲਾਕੇ ਦੇ ਨਿਵਾਸੀ ਨਹੀਂ ਰਹੇ ਹੋ, ਸੋ ਆਪਣੀ ਵੋਟ ਜੋ ਹੈ ਉਹ ਕਟਵਾ ਦਿਓ। ਸੋ ਵੋਟਰ ਸੂਚੀ ਦੇ ਵਿੱਚੋਂ ਉਸ ਵਿਅਕਤੀ ਦਾ ਨਾਮ ਜੋ ਹੈ ਉਹ ਕੱਟਿਆ ਜਾਏਗਾ। ਸੋ ਹੁਣ ਕਿਹੜੇ ਪ੍ਰਸ਼ਨ ਜਿਹੜੇ ਹੈ ਉਹ ਇਸ ਚੈਪਟਰ ਦੇ ਵਿੱਚ ਅਸੀਂ ਪੜ੍ਹਨੇ ਹੈ। ਚੋਣਾਂ ਕੀ ਹਨ, ਮੈਂ ਤਾਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ। ਲੋਕਤੰਤਰ ਵਿੱਚ ਚੋਣਾਂ ਦਾ ਕੀ ਮਹੱਤਤਾ ਹੈ ਇਹ ਮੈਂ ਤੁਹਾਨੂੰ ਆਲਰੇਡੀ ਸਮਝਾ ਚੁੱਕਿਆ ਕਿ ਅਸੀਂ ਚੋਣਾਂ ਰਾਹੀਂ ਆਪਣੇ ਨੁਮਾਇੰਦੇ ਚੁਣ ਰਹੇ ਹਾਂ ਜੋ ਕਿ ਸਾਡੀ ਆਵਾਜ਼ ਸਾਡੇ ਬਿਹਾਫ ਤੇ ਜਾ ਕੇ ਸਾਡੇ ਜਿਹੜੇ ਅਧਿਕਾਰ ਨੇ, ਜਿਹੜੀਆਂ ਸਾਡੀਆਂ ਮੰਗਾਂ ਨੇ। ਹੁਣ ਮੇਰੀ ਮੰਗ ਇਹ ਹੈ ਕਿ ਸਾਡੇ ਇਲਾਕੇ ਦੇ ਵਿੱਚ ਸੜਕ ਬਣੇ, ਸਾਡੇ ਇਲਾਕੇ ਦੇ ਵਿੱਚ ਪਾਣੀ ਦੀ ਸਪਲਾਈ ਰੈਗੂਲਰ ਹੋਵੇ, ਸਾਡੇ ਇਲਾਕੇ ਦੇ ਵਿੱਚ ਪੱਕੇ ਮਕਾਨ ਹੋਣ, ਸਾਡੇ ਇਲਾਕੇ ਵਿੱਚ ਹਸਪਤਾਲ ਹੋਵੇ, ਸਕੂਲ ਹੋਵੇ। ਸੋ ਇਹ ਸਾਰੀਆਂ ਮੰਗਾਂ ਜੋ ਹੈ ਅਸੀਂ ਆਪਣੇ ਰਿਪਰੈਜ਼ੈਂਟੇਟਿਵ ਨੂੰ ਯਾਨੀ ਕਿ ਮੈਂ ਆਪਣੇ MLA ਨੂੰ ਦੱਸੂਗਾ ਔਰ MLA ਵੱਲੋਂ ਜੋ ਹੈ ਮੌਕੇ ਦੀ ਸਰਕਾਰ ਨੂੰ ਸਾਡੇ ਹੱਕਾਂ ਦੀ ਰਿਪਰੈਜ਼ੈਂਟੇਸ਼ਨ ਦਿੱਤੀ ਜਾਏਗੀ ਤੇ ਉਹਨਾਂ ਕੋਲੋਂ ਜੋ ਫੰਡ ਇਹ ਸਾਰੇ ਕੰਮ ਕਰਨ ਲਈ ਚਾਹੀਦੇ ਹੈ ਉਹ ਲੈ ਕੇ ਆਏ ਜਾਣਗੇ ਤੇ ਇਹਨਾਂ ਕੰਮਾਂ ਨੂੰ ਪੂਰਾ ਕਰਵਾਇਆ ਜਾਏਗਾ। ਸੋ ਚੋਣਾਂ ਦਾ ਮਹੱਤਵ ਜੋ ਹੈ ਉਹ ਮੈਂ ਆਲਰੇਡੀ ਸਮਝਾ ਚੁੱਕਿਆ। ਉਸ ਤੋਂ ਬਾਅਦ ਅਸੀਂ ਗੱਲ ਕਰਨੀ ਹੈ ਕਿ ਹੁਣ ਇਹ ਚੋਣਾਂ ਜਿਹੜੀਆਂ ਕਰਵਾਉਣੀਆਂ, ਹੁਣ ਸਪੋਜ਼ ਕਰ ਲਓ ਕਿ ਆਲਰੇਡੀ ਜੇ ਕਿਸੇ ਦੀ ਸਰਕਾਰ 2022 ਦੇ ਵਿੱਚ, ਜਿਵੇਂ ਅਸੀਂ ਗੱਲ ਕਰੀਏ ਕਿ ਕਾਂਗਰਸ ਦੀ ਸਰਕਾਰ ਚੱਲ ਰਹੀ ਸੀ ਜਿਸ ਨੂੰ ਰਿਪਲੇਸ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ, ਕੀ ਤੁਹਾਨੂੰ ਲੱਗਦਾ ਹੈ ਕਿ ਜੋ ਤੁਹਾਡੀ ਕਾਂਗਰਸ ਦੀ ਗਵਰਨਮੈਂਟ ਹੋਏਗੀ ਉਹ ਕਦੇ ਵੀ ਚਾਹੇਗੀ ਕਿ ਉਹਨਾਂ ਦੇ ਹੱਥੋਂ ਜੋ ਹੈ ਸੱਤਾ ਜਿਹੜੀ ਹੈ ਉਹ ਖੋਈ ਜਾ ਸਕੇ, ਖੋ ਲਵੇ ਕੋਈ ਹੋਰ ਆ ਕੇ, ਕੋਈ ਹੋਰ ਪਾਰਟੀ ਖੋ ਲਵੇ। ਸੋ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾਏਗੀ ਕਿ ਜਿਹੜੀਆਂ ਚੋਣਾਂ ਹੋਣ ਉਹ ਦਬਾਅ ਦੇ ਵਿੱਚ ਕਰਵਾਈਆਂ ਜਾਣ, ਸੁਤੰਤਰ ਨਾ ਹੋਣ, ਨਿਰਪੱਖ ਨਾ ਹੋਣ, ਠੀਕ ਹੈ। ਸੋ ਇਹਨਾਂ ਚੋਣਾਂ ਨੂੰ ਕਰਾਉਣ ਦੀ ਡਿਊਟੀ ਜਿਹੜੀ ਇੱਕ ਸੰਵਿਧਾਨਿਕ ਸੰਸਥਾ ਨੂੰ ਦਿੱਤੀ ਗਈ ਹੈ, ਚੋਣ ਕਮਿਸ਼ਨ, ਜਿਹਦੇ ਬਾਰੇ ਅਸੀਂ ਅਗਲੇ ਕੁਝ ਮਿੰਟ ਦੇ ਵਿੱਚ ਪੜਾਂਗੇ। ਚੋਣਾਂ ਵਿੱਚ ਰਾਜਨੀਤਿਕ ਦਲਾਂ ਦੀ ਕੀ ਭੂਮਿਕਾ ਹੈ ਇਹਦੇ ਬਾਰੇ ਪੜ੍ਹਨਾ ਹੈ। ਚੋਣ ਪ੍ਰਕਿਰਿਆ
ਦੇ ਵਿੱਚ ਕਿਹੜੇ-ਕਿਹੜੇ ਪੜਾਅ ਹਨ, ਕਦੋਂ ਸ਼ੁਰੂ, ਕਿੱਥੋਂ ਦੀ ਸ਼ੁਰੂ ਹੁੰਦੀ ਹੈ, ਸਭ ਤੋਂ ਪਹਿਲਾ ਸਟੈਪ ਕੀ ਹੁੰਦਾ, ਉਸ ਤੋਂ ਬਾਅਦ ਕੀ ਹੁੰਦਾ ਹੈ, ਔਰ ਲਾਸਟ ਚੋਣਾਂ ਦੇ ਜੋ ਨਤੀਜੇ ਆਉਂਦੇ ਆ ਉਸ ਤੇ ਜਾ ਕੇ ਇਹ ਪੜਾਅ ਜੋ ਹੈ ਉਹ ਖਤਮ ਹੋਣਗੇ। ਸੋ ਇਹ ਸਾਰੇ ਪ੍ਰਸ਼ਨ ਅਸੀਂ ਹੱਲ ਕਰਾਂਗੇ ਇਸ ਚੈਪਟਰ ਨੂੰ ਪੜ੍ਹਦੇ ਹੋਏ। ਹੁਣ ਜਿਹੜੀਆਂ ਗੱਲਾਂ ਮੈਂ ਆਲਰੇਡੀ ਤੁਹਾਨੂੰ ਇੰਨੀ ਦੇਰ ਲਗਾ ਕੇ ਪ੍ਰਤੱਖ ਲੋਕਤੰਤਰ ਸਮਝਾਉਂਦੇ ਹੋਏ ਦੱਸੀਆਂ ਸੀ, ਉਹੀ ਸਾਰੀਆਂ ਗੱਲਾਂ ਜੋ ਹੈ ਇੱਥੇ ਲਿਖੀਆਂ ਗਈਆਂ ਨੇ। ਸੋ ਇਹਨਾਂ ਗੱਲਾਂ ਨੂੰ ਸਮਝਣ ਤੋਂ ਪਹਿਲਾਂ ਇੱਕ ਹੋਰ ਐਗਜ਼ਾਮਪਲ ਲੈਂਦੇ ਆ, ਉਹਦੇ ਨਾਲ ਆਹ ਸਾਰੀਆਂ ਗੱਲਾਂ ਬਹੁਤ ਜਲਦੀ ਈਜ਼ੀਲੀ ਕੁਝ ਮਿੰਟ ਦੇ ਵਿੱਚ ਸਮਝ ਆ ਜਾਣਗੀਆਂ। ਠੀਕ ਹੈ ਜੀ। ਹੁਣ ਮੈਂ ਜੇ ਗੱਲ ਕਰਾਂ ਕਿ ਮੈਂ ਭਾਰਤ ਦੇ ਵਿੱਚ ਜੋ ਸਰਕਾਰਾਂ ਨੇ ਉਹ ਤਿੰਨ ਲੈਵਲਸ ਤੇ ਨੇ। ਧਿਆਨ ਨਾਲ ਸੁਣਨਾ ਹੈ, 3 ਲੈਵਲਸ ਤੇ ਸਰਕਾਰਾਂ ਨੇ। ਪਹਿਲੇ ਪੱਧਰ ਤੇ ਜੋ ਸਰਕਾਰ ਹੈ ਉਹ ਨੈਸ਼ਨਲ ਲੈਵਲ ਤੇ ਹੈ, ਕੇਂਦਰ ਪੱਧਰ ਤੇ। ਦੂਸਰੇ ਪੱਧਰ ਤੇ ਜੋ ਸਰਕਾਰ ਹੈ ਉਹ ਵਿਧਾਨ ਸਭਾ ਪੱਧਰ ਤੇ ਹੈ। ਤੀਸਰੇ ਲੈਵਲ ਤੇ ਜੋ ਸਰਕਾਰ ਹੈ ਉਹ ਗ੍ਰਾਮ ਪੰਚਾਇਤਾਂ ਦੇ ਪੱਧਰ ਤੇ ਹੈ। ਠੀਕ ਹੈ ਜੀ। ਸਭ ਤੋਂ ਪਹਿਲੇ ਮੈਂ ਭਾਰਤ ਦੀ ਗੱਲ ਕਰਦਾ ਹਾਂ, ਪੂਰੇ ਇੱਕ ਦੇਸ਼ ਦੀ ਗੱਲ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਮੈਂ ਮੈਂਬਰ ਆਫ ਪਾਰਲੀਮੈਂਟ ਜੋ ਹੈ ਉਹ ਬਣਾਉਂਗਾ। ਠੀਕ ਹੈ ਜੀ। ਸੋ ਸਭ ਤੋਂ ਪਹਿਲੇ ਜੇ ਗੱਲ ਕਰੀਏ ਤਾਂ ਭਾਰਤ, ਮੈਂ ਇਹ ਇਮੇਜਿਨ ਕਰ ਰਿਹਾ ਹਾਂ ਕਿ ਇਹ ਇੰਨਾ ਵੱਡਾ ਭਾਰਤ ਹੈ। मैं ये इमेजिन कर रहा कि इतना बड़ा भारत है। ठीक है जी। उस तो बाद इस भारत की जो आबादी है वो मैं मान रहा हाँ 1 लाख है। हुण असी संसदी लोकतंत्र दे विच रहने हाँ। ठीक है जी। और संसदी लोकतंत्र के अनुसार ये कहा जा सकता है कि तुसी लोक सभा दे विच संसद के 3 अंग हैं। पहला है लोक सभा, दूजा है राज्य सभा, तीसरा है राष्ट्रपति। सो मैं हले इत्थे सिर्फ और सिर्फ जो है वो लोक सभा की गल करन जा रहे हैं, जिथे असी प्रतक आप वोटां पा के अपने नुमाइंदियां नूं चुनदे हां। सपोज कर लो कि यही कहा जाता है कि लोक सभा दे विच सिर्फ 500 लोगों के 500 नुमाइंदियां दे बैठण दा इंतजाम है। ठीक है जी। 500 नुमाइंदियां दे बैठण दा इंतजाम है। ठीक है। तां कहण दा भाव यह कि एक नुमाइंदा किन्ने लोगों नूं जो है रिप्रजेंट कर सकता है। जे तुसीं 1 लाख नूं डिवाइड करोगे, 1 लाख नूं डिवाइड करोगे 500 दे नाल, तां ये बनणगे 2000 मैंबर, 2000 वोटर। 2000 वोटर्स नूं रिप्रजेंट करेगा एक नुमाइंदा। ओके। सो हुण पूरे भारत नूं, आह जो भारत दिख रहा है तुहानूं, पूरे भारत नूं जो है ओह वंडिया जा सकता है 500 सीटां दे विच, 500 सीटां दे विच। ठीक है जी। यानी कि 1 सीट होगी, 2 सीट होगी, 3 सीट होगी, इस तरीके 500 सीटां जो है तुसी बन सकते हो पूरे भारत में। हुण कहण दा भाव यह है कि इस पूरे इलाके नूं, यानी कि इत्थे जो 2000 लोग जिहड़े है उन्हां नूं रिप्रजेंट करेगा एक नुमाइंदा, और वो नुमाइंदा जो है वो पार्लीमेंट दा सदस्य बनेगा, जिस करके उसनूं कहा जाएगा MP, मैंबर ऑफ पार्लीमेंट। ठीक है जी। सो यही ने लोक सभा दे विच चुने जाने वाले MP। ठीक है। हुण एक ये भी हो सकता है कि सपोज करो कि इन्हां दे विच तां 2000 आबादी इस इलाके, 2000 आबादी इस इलाके, 2000 सपोज कर लो कि ये इलाका ना थोड़ा जंगली या फिर पहाड़ी इलाका सीगा, तो 2000 दी जिहड़ी आबादी है वो इन्ने वड्डे इलाके च पूरी हो रही है। ठीक है। वो पूरी हो रही है इन्ने वड्डे इलाके दे विच। सो कहण दा भाव कि यह वध घट छोटा वड्डा हो सकता है। हुण सपोज कर लो 2000 आबादी जिहड़ी है वो इन्ने च पूरी हो जाए। जिवें हुण दिल्ली का चांदनी चौक इलाका है, वो बहुत कंजस्टेड इलाका है और उत्थे बहुत ज़्यादा आबादी रहिंदी है। वो जो भारत की सब तो छोटी लोक सभा कॉन्स्टिट्यूएंसी है। और उस तरीके जे तुसीं लेह की गल करो, लेह बहुत वड्डा इलाका है, लेकिन उत्थे आबादी घट होने करके इलाका बहुत वड्डा है, लेकिन आबादी घट होने करके लोग इत्थे इस करके जिहड़े 2000 लोगों को कवर करना जिहड़ा है वो एक बहुत वड्डे इलाके में कवर करना पै रहा है 2000 लोग इकट्ठे करने। जबकि चांदनी चौक बिल्कुल नाना बिल्कुल जस्ट छोटे जे इलाके दे विच, छोटे जे खेतर दे विच, यानी कि छोटे जे खेतर दे विच बहुत सारे लोग ने। सो इस इलाके नूं, इस पूरे इसनूं हलके नूं, इसनूं हलका कहा जाता है, यानी कि कॉन्स्टिट्यूएंसी कहा जाता है लोक सभा
ਕਨਸਟੀਟੂਐਂਸੀ ਜੋ ਹੈ ਉਹ ਕਹਿੰਦੇ ਹਨ ਇਸ ਇਹਨਾਂ ਇਲਾਕਿਆਂ ਨੂੰ। ਆਹ 1 ਨੰਬਰ ਹੋ ਗਿਆ, 2 ਨੰਬਰ ਹੋ ਗਿਆ, 3 ਨੰਬਰ ਹੋ ਗਿਆ। ਸੋ ਇਸ ਤਰੀਕੇ ਇਹ 4 ਹੋ ਗਿਆ, ਇਹ 5 ਹੋ ਗਿਆ। ਸੋ ਇਦਾਂ ਦੇ ਤੁਸੀਂ 500 ਇਲਾਕੇ ਲੱਭਣੇ ਨੇ। ਵੈਸੇ ਇਹ ਤਾਂ ਮੈਂ ਮਤਲਬ ਐਗਜ਼ਾਮਪਲ ਲਈ ਸੀ। ਟੋਟਲ ਜੋ ਹੈ ਤੁਹਾਡੇ 543 ਸੀਟਾਂ ਇਸ ਟਾਈਮ ਹੈ ਜੋ ਸੰਸਦ ਦੇ ਵਿੱਚ ਅਸੀਂ 543 ਨੁਮਾਇੰਦੇ ਜੋ ਹੈ ਪੂਰੇ ਭਾਰਤ ਚੋਂ ਚੁਣ ਕੇ ਭੇਜਦੇ ਹਾਂ, ਜੋ 135 ਕਰੋੜ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ। ਸੋ ਇਹ ਤਾਂ ਗੱਲ ਹੋ ਗਈ ਸਾਰੀ ਇੰਡੀਆ ਲੈਵਲ ਤੇ ਜਦੋਂ ਤੁਸੀਂ MP ਚੁਣ ਕੇ ਭੇਜ ਦਿੱਤਾ। ਹੁਣ ਇਹੀ ਸਿਸਟਮ ਸਟੇਟ ਦੇ ਵਿੱਚ ਚੱਲਦਾ ਹੈ। ਸਟੇਟ ਦੇ ਵਿੱਚ ਅੱਛਾ ਇੱਕ ਚੀਜ਼ ਹੋਰ ਦੱਸਣਾ ਮੈਂ ਭੁੱਲ ਗਿਆ ਕਿ ਜੋ ਪੰਜਾਬ ਦੇ ਹਿੱਸੇ, ਪੰਜਾਬ ਦੀ ਆਬਾਦੀ ਦੇ ਅਨੁਸਾਰ ਲੋਕ ਸਭਾ ਦੀਆਂ ਸੀਟਾਂ ਆਈਆਂ ਨੇ ਉਹ ਨੇ 13, ਯਾਨੀ ਕਿ 13 ਨੁਮਾਇੰਦੇ ਜੋ ਹੈ ਉਹ ਪੰਜਾਬ ਚੁਣ ਕੇ ਭੇਜਦਾ ਹੈ। ਕਿੱਥੇ ਭੇਜਦਾ ਹੈ? ਸੰਸਦ ਦੇ ਵਿੱਚ। ਇਸ ਤਰੀਕੇ ਯੂਪੀ ਦੀ ਆਬਾਦੀ ਬਹੁਤ ਜ਼ਿਆਦਾ ਹੋਣ ਕਰਕੇ ਜੋ ਹੈ ਉੱਥੋਂ ਦੀ 80 ਨੁਮਾਇੰਦੇ ਚੁਣ ਕੇ ਭੇਜੇ ਜਾਂਦੇ ਆ। ਬਿਹਾਰ ਵੱਲੋਂ 40 ਨੁਮਾਇੰਦੇ ਜੋ ਹੈ ਚੁਣ ਕੇ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਚੁਣ ਕੇ ਜੋ ਹੈ ਉਹ ਸੰਸਦ ਦੇ ਵਿੱਚ ਲੋਕ ਸਭਾ ਦੇ ਵਿੱਚ ਭੇਜੇ ਜਾਂਦੇ ਆ। ਹੁਣ ਤੁਹਾਡਾ ਇਹ ਪੰਜਾਬ ਵਾਲਾ ਇਲਾਕਾ ਆ ਗਿਆ, ਉਹ ਇੱਕ ਅਲੱਗ ਉਹ ਹਲਕੇ ਜੋ ਹੈ ਉਹਨਾਂ ਨੂੰ ਅਸੀਂ ਲੋਕ ਸਭਾ ਕਨਸਟੀਟੂਐਂਸੀਜ਼ ਕਹਿ ਰਹੇ ਸੀਗੇ। ਹੁਣ ਇਹ ਵਿਧਾਨ ਸਭਾ ਕਨਸਟੀਟੂਐਂਸੀਜ਼ ਨੇ, ਹਲਕੇ ਨੇ। ਤਾਂ ਹੁਣ ਪੰਜਾਬ ਦੇ ਵਿੱਚ ਜੋ ਸੀਟਾਂ ਤੈਅ ਕੀਤੀਆਂ ਗਈਆਂ ਉਹ ਨੇ 117 ਸੀਟਾਂ। 117 ਸੀਟਾਂ ਦੇ ਪੰਜਾਬ 'ਚ ਇਲੈਕਸ਼ਨ ਸੀ, ਜਿਸ 'ਚ 92 ਦੇ ਉੱਤੇ ਯਾਨੀ ਕਿ ਜੋ ਹੈ ਤੁਹਾਡੀ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਸੀ। ਠੀਕ ਹੈ ਜੀ। ਸੋ ਹੁਣ 117 ਸੀਟਾਂ। ਹਾਂ ਇੱਕ ਚੀਜ਼ ਹੋਰ ਸੀਗੀ ਜੋ ਲੋਕ ਸਭਾ ਦੇ ਵਿੱਚ ਔਰ ਵਿਧਾਨ ਸਭਾ ਸਾਰਿਆਂ ਦੇ ਵਿੱਚ ਸਿਮਿਲਰ ਰਹੇਗੀ ਕਿ ਆਬਾਦੀ ਜੋ ਹੈ ਉਹ ਹਰ ਇਲਾਕੇ ਦੀ ਆਲਮੋਸਟ ਸੇਮ ਹੋਣੀ ਚਾਹੀਦੀ ਹੈ, ਜਿਸੇ ਕਰਕੇ ਇਸ ਨੂੰ ਜੋ ਹੈ ਏਰੀਆ ਵਾਈਜ਼ ਰਿਪਰੈਜ਼ੈਂਟੇਸ਼ਨ ਵੀ ਕਿਹਾ ਜਾਂਦਾ ਹੈ, ਜੋ ਪੋਪੂਲੇਸ਼ਨ ਦੇ ਆਧਾਰ ਤੇ ਹੈ, ਜਨਸੰਖਿਆ ਦੇ ਆਧਾਰ ਤੇ ਜੋ ਖੇਤਰੀ ਪ੍ਰਤੀਨਿਧਤਾ ਦਿੱਤੀ ਜਾਂਦੀ ਹੈ। ਮਤਲਬ ਇੱਕ ਹਲਕੇ ਦੇ ਵਿੱਚ ਤੁਸੀਂ ਕੋਈ ਵੀ ਹਲਕਾ ਲਓਗੇ ਉਹਦੀ ਆਬਾਦੀ ਦੂਜੇ ਹਲਕੇ ਦੇ ਮੁਕਾਬਲੇ ਘੱਟ ਜਾਂ ਜ਼ਿਆਦਾ ਨਹੀਂ ਹੋਏਗੀ, ਆਲਮੋਸਟ ਬਰਾਬਰ ਹੀ ਹੋਏਗੀ। ਜਿਵੇਂ ਸਪੋਜ਼ ਕਰ ਲਓ ਇਹ ਕਿਹਾ ਜਾਂਦਾ ਹੈ ਕਿ ਜੋ ਇੱਕ MP ਹੈ, ਜੋ ਮੈਂਬਰ ਆਫ ਪਾਰਲੀਮੈਂਟ ਹੈ, ਉਹ 20 ਲੱਖ ਲੋਕਾਂ ਨੂੰ ਭਾਰਤ ਦੇ ਪੱਧਰ ਤੇ ਰਿਪਰੈਜ਼ੈਂਟ ਕਰ ਰਿਹਾ। ਮਤਲਬ ਜੇ ਸਪੋਜ਼ ਕਰੋ ਮੈਂ ਲੁਧਿਆਣਾ ਸ਼ਹਿਰ ਦੀ ਆਬਾਦੀ ਦੀ ਗੱਲ ਕਰਾਂ ਤਾਂ ਲੁਧਿਆਣੇ ਸ਼ਹਿਰ ਦੀ ਜੇ ਕੱਲਾ ਲੁਧਿਆਣਾ ਸ਼ਹਿਰ 20 ਲੱਖ ਲੋਕਾਂ ਨੂੰ ਰਿਪਰੈਜ਼ੈਂਟ ਨਹੀਂ ਕਰ ਪਾ ਰਿਹਾ, ਸਪੋਜ਼ ਕਰ ਲਓ 15 ਲੱਖ ਲੋਕ ਹੀ ਹੈ ਲੁਧਿਆਣੇ ਸ਼ਹਿਰ ਦੇ ਵਿੱਚ ਰਹਿ ਰਹੇ ਔਰ ਲੋਕ ਸਭਾ ਕਨਸਟੀਟੂਐਂਸੀ ਦਾ ਨਾਮ ਰੱਖਿਆ ਗਿਆ ਹੈ ਲੁਧਿਆਣਾ ਲੋਕ ਸਭਾ ਕਨਸਟੀਟੂਐਂਸੀ। ਸੋ ਲੁਧਿਆਣੇ ਦੇ ਨੇੜੇ ਤੇੜੇ ਦੇ ਕੁਝ ਪਿੰਡਾਂ ਨੂੰ, ਟਾਊਨਸ ਨੂੰ ਵੀ ਜੋ ਹੈ ਲੁਧਿਆਣੇ ਦੇ ਵਿੱਚ ਸ਼ਾਮਿਲ ਕਰ ਲਿਆ ਜਾਏਗਾ ਤਾਂ ਕਿ ਇਸ 20 ਲੱਖ ਦੀ ਆਬਾਦੀ ਨੂੰ ਜੋ ਹੈ ਉਹ ਪੂਰਾ ਕੀਤਾ ਜਾ ਸਕੇ। ਸੋ ਇਸੇ ਤਰੀਕੇ ਜੇ ਗੱਲ ਕਰੀਏ ਅਸੀਂ ਹੁਣ ਪੰਜਾਬ ਪੱਧਰ ਤੇ, ਜਿਹਦੇ ਲਈ ਅਸੀਂ MLA ਚੁਣ ਕੇ ਭੇਜਣਾ ਹੈ, ਯਾਨੀ ਕਿ MLA ਦਾ ਮਤਲਬ ਹੈ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ। ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਯਾਨੀ ਕਿ ਵਿਧਾਨ ਸਭਾ ਦੇ ਵਿੱਚ ਅਸੀਂ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਚੁਣ ਕੇ ਭੇਜਾਂਗੇ। ਇੱਥੇ ਵੀ ਹੁਣ ਸਪੋਜ਼ ਕਰ ਲਓ ਕਿ ਪੂਰੇ ਸਪੋਜ਼ ਕਰੋ ਕਿ ਪੂਰੇ ਪੰਜਾਬ ਦੀ ਜੋ ਆਬਾਦੀ ਹੈ ਉਹ ਮੈਂ ਮੰਨ ਲੈਣਾ ਹਾਂ 10,000 ਹੈ। ਪੂਰੇ ਪੰਜਾਬ ਦੀ ਜੋ ਆਬਾਦੀ ਹੈ ਉਹ 10,000 ਹੈ ਤੇ 10,000 ਨੂੰ ਸੀਟਾਂ 117 ਨਾ ਹੋ ਕੇ ਮੈਂ ਮੰਨ ਲੈਣਾ ਹਾਂ 117 ਨਾ ਹੋ ਕੇ ਸੀਟਾਂ ਹੈਗੀਆਂ ਵੇ 100। ਸੋ ਕਹਿਣ ਦਾ ਭਾਵ ਕਿ 1000 ਲੋਕਾਂ ਨੂੰ 1000 ਨੂੰ ਰਿਪਰੈਜ਼ੈਂਟ ਕਰੇਗਾ ਇੱਕ ਨੁਮਾਇੰਦਾ, ਨਹੀਂ 100 ਲੋਕਾਂ ਨੂੰ ਰਿਪਰੈਜ਼ੈਂਟ ਕਰੇਗਾ ਇੱਕ ਨੁਮਾਇੰਦਾ। ਸੋ ਇੱਕ ਇਲਾਕਾ ਹੋ ਗਿਆ, ਇੱਕ ਹਲਕਾ ਹੋ ਗਿਆ ਜੀ। ਹੁਣ ਦੂਜੇ ਹਲਕੇ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਇਲਾਕਾ ਕਵਰ ਕਰਨਾ ਪਿਆ ਕਿਉਂਕਿ ਆਬਾਦੀ ਨੂੰ ਤੁਸੀਂ 100 ਪੂਰਾ ਕਰਨਾ ਸੀਗਾ। ਸ਼ਾਇਦ ਇਹ ਹੁਸ਼ਿਆਰਪੁਰ ਦਾ ਇਲਾਕਾ ਸੀਗਾ ਜਿੱਥੇ ਜੋ ਹੈ ਸ਼ਿਵਾਲਿਕ ਹੋਣ ਕਰਕੇ, ਪਹਾੜੀ ਇਲਾਕਾ ਹੋਣ ਕਰਕੇ ਆਬਾਦੀ ਜੋ ਜ਼ਿਆਦਾ ਸੰਘਣੀ ਨਹੀਂ ਹੈ। ਹੁਣ ਸਪੋਜ਼ ਕਰ ਲਓ ਕਿ ਇਹ ਲੁਧਿਆਣੇ ਦਾ ਇਲਾਕਾ ਹੋਗਾ, ਲੁਧਿਆਣੇ ਦੇ ਵਿੱਚ ਤਾਂ ਇੰਨੀ ਜਗ੍ਹਾ ਦੇ ਵਿੱਚ ਹੀ ਸਪੋਜ਼ ਕਰ ਲਓ ਕਿ ਇੱਕ ਇੰਨੇ ਕੁ ਇਲਾਕੇ ਦੇ ਵਿੱਚ ਹੀ 100 ਲੋਕ ਪੂਰੇ ਹੋ ਗਏ। ਸੋ ਇਹਨਾਂ 100 ਲੋਕਾਂ ਨੂੰ ਇੱਕ MLA ਰਿਪਰੈਜ਼ੈਂਟ ਕਰ ਰਿਹਾ ਹੋਏਗਾ। ਉਸ ਤੋਂ ਨਾਲ ਦਾ ਬਹੁਤ ਛੋਟਾ ਹੋਰ ਇਲਾਕਾ ਹੋ ਸਕਦਾ ਹੈ, ਬਹੁਤ ਵੱਡਾ ਹੋ ਸਕਦਾ ਹੈ। ਸੋ ਕਹਿਣ ਦਾ ਭਾਵ ਕਿ ਇਸ ਤਰੀਕੇ ਜੋ ਹੈ ਉਹ ਬਣਤਰ ਹੋ ਜਾਏਗੀ ਕੱਲੀ ਵਿਧਾਨ ਸਭਾ ਕਨਸਟੀਟੂਐਂਸੀ ਦੀ, ਜਿੱਥੋਂ ਇੱਕ MLA ਚੁਣ ਕੇ ਭੇਜਿਆ ਜਾਏਗਾ। ਸੋ ਸਰਕਾਰ ਦੇ ਦੋ ਪੱਧਰ ਮੈਂ ਹਾਲੇ ਤੱਕ ਕਲੀਅਰ ਕਰ ਚੁੱਕਿਆ ਹਾਂ, ਜੋ ਇੱਕ ਲੋਕ ਸਭਾ ਬਾਰੇ ਦੱਸਿਆ ਹੈ, ਇੱਕ ਵਿਧਾਨ ਸਭਾ ਬਾਰੇ ਦੱਸਿਆ। ਸਰਕਾਰ ਇੱਕ ਅਲੱਗ ਚੀਜ਼ ਹੈ ਜੋ ਮੈਂ ਤੁਹਾਨੂੰ ਇਸ ਤੋਂ ਪਹਿਲੇ ਵਾਲੇ ਚੈਪਟਰ ਦੇ ਵਿੱਚ ਸਮਝਾਉਣੀ ਹੈ, ਜੋ ਮੈਂ ਬਾਅਦ ਵਿੱਚ ਕਵਰ ਕਰਾਂਗਾ। ਹੁਣ ਇਸੇ ਤਰੀਕੇ ਜੋ ਹੈ ਅਸੀਂ ਤੀਸਰੇ ਪੱਧਰ ਦੀ ਜੇ ਗੱਲ ਕਰੀਏ ਤਾਂ ਤੀਸਰੇ ਪੱਧਰ ਤੇ ਸਾਡੇ ਜੋ ਸ਼ਹਿਰ ਆ ਜਾਣਗੇ, ਯਾਨੀ ਕਿ ਇੱਕ ਡਿਸਟ੍ਰਿਕਟ ਹੈ ਸਪੋਜ਼ ਕਰ ਲਓ ਇੱਕ ਮਿਊਨਿਸਿਪਲ ਕਾਰਪੋਰੇਸ਼ਨ ਹੈ, ਮਿਊਨਿਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਲਗਾ ਲਓ। ਠੀਕ ਹੈ ਜੀ। ਹੁਣ ਅੰਮ੍ਰਿਤਸਰ ਦੇ ਵਿੱਚ ਜੋ ਹੈ ਇਹ ਮੰਨਿਆ ਗਿਆ ਕਿ 100 ਵਾਰਡ ਨੇ, ਸਪੋਜ਼ ਕਰ ਲਓ 100 ਵਾਰਡ ਨੇ।
ठीक है। और अमृतसर शहर की आबादी हैगी है 1000। मतलब कहने का भाव कि 100 नुमाइंदे चुनने हैं जिन्होंने कौंसलर कहा जाएगा या पार्षद कहा जाएगा। उन्होंने वालों MC दियां इलैक्शनस होणगे, म्यूनिसिपल कॉरपोरेशन के इलैक्शन होणगे जिहदे विच कौंसलर चुने जाणगे। ठीक है जी, कौंसलर चुने जाणगे। ठीक है। सो कहने का भाव कि एक नुमाइंदा कितने लोगों को रिप्रेजेंट कर रहा है, 10 लोगों को रिप्रेजेंट कर रहा है। सो जे तो 10 लोग इत्थे पूरे हो गए तो यह एक वार्ड हो गया, 10 लोग इन्ने च भी पूरे हो सकते हैं, 10 लोग इन्ने च भी पूरे हो सकते हैं। सो कहने का भाव कि वार्ड जो है वह बड़ा छोटा हो सकता है। सो इत्थे ਅਸੀਂ ਇਹ देख रहे हाँ कि 3 पद्धर ते साडे देश च डेमोक्रेसी चल रही है। एक नैशनल लैवल ते जिथे ਅਸੀਂ मैंबर ऑफ पार्लीमेंट चुन के लोक सभा दे विच भेज रहे हैं, दूसरे जो है वो MLA लैवल ते यानी कि विधान सभा के लैवल ते यानी कि सूबे के लैवल ते, प्रांत के लैवल ते, स्टेट के लैवल ते। उसी तरीके जो तीसरी तरह की जो साडे ते डेमोक्रेसी चल रही है वो है शहर के पद्धर ते। शहर के पद्धर ते जिथे असी वार्डा राही वार्डा ते जो है वो कौंसलर चुन के, पार्षद चुन के भेज रहे हैं। इस तरीके पिंडा दे विच जो है वो ग्राम पंचायत जो है वो बनदियां है, यानी कि सरपंच ते पंच जो है वो चुने जाते ने। हुण मैं अपनी बुक ते वापस जा सकता हाँ, सानू ईजिली सारियां गल्लां समझ आ जाणगियां जो मैं गल्लां कहीआं ने। पहली लाइन च कह रहा है कि पिंड शहर राज ते देश का प्रशासन, यानी कि सारे लैवल कवर करते। ये मैं ऑलरेडी दस चुका। कहता कुछ निर्णय लेने पैंदे हैं, निर्णय बारे मैं गल ऑलरेडी कर चुके हाँ। ठीक है। निर्णय लैन नूं की करना होएगा, जो निर्णय लेना है यानी कि डिसीजन लेना है, कोई कानून बनाना है तो विचार वटांदरा करनी पेगी। विचार वटांदरा यानी कि सलाह एक दूसरे की लै रहे हो। डेमोक्रेसी का तो मूल जो 2 थंब दसे सीगे मैं, सलाह ते सहमति। ठीक है। हुण की होया कि कहंदा कि ये जो पिंड शहर ते देश ने इन्हां दी आबादी बहुत वध चुकी है। सो ਅਸੀਂ ਕਹਿੰਦਾ ਪਹਿਲੇ ਪਿੰਡਾਂ ਦੀ ਐਗਜ਼ਾਮਪਲ ਲੈਂਦੇ ਆ। ਕੀ ਕਹਿੰਦਾ ਇਹ ਮੁਮਕਿਨ ਹੈ ਕਿ ਸਾਰੇ ਪਿੰਡ ਦੇ ਲੋਕਾਂ ਨੂੰ ਇੱਕ ਥਾਂ ਤੇ ਇਕੱਠਾ ਬਿਠਾ ਸਕਦੇ ਆ, ਯਾਨੀ ਕਿ ਫਿਜ਼ੀਕਲ ਉਹਨਾਂ ਨੂੰ ਬਿਠਾਉਣਾ ਜੋ ਮੈਂ ਆਲਰੇਡੀ ਦੱਸ ਚੁੱਕਾ ਕਿ ਬਹੁਤ ਔਖਾ ਹੈ ਕਿ ਇੱਕ ਬਹੁਤ ਵੱਡੇ ਹਾਲ ਕਮਰੇ ਆ, ਸ਼ਾਮਿਆਨੇ ਦਾ ਪ੍ਰਬੰਧ ਕਰਨਾ ਪਏਗਾ। ਉਸ ਤੋਂ ਬਾਅਦ ਹੋਗ ਹੱਲਾ ਜਿਹੜਾ ਹੈ, ਰੋਲਾ ਗੁੱਲਾ ਹੈ, ਉਸ ਚੀਜ਼ ਨੂੰ ਕੰਟਰੋਲ ਕਰਨਾ ਵੀ ਬੜਾ ਮੁਸ਼ਕਿਲ ਹੋ ਜਾਏਗਾ। ਸ਼ਹਿਰ ਦੀ ਆਬਾਦੀ ਤਾਂ ਕਹਿੰਦਾ ਪਿੰਡ ਤੋਂ ਵੀ ਜ਼ਿਆਦਾ ਹੁੰਦੀ ਹੈ। ਇਸ ਕਰਕੇ ਜੋ ਤੁਹਾਡੇ ਸ਼ਹਿਰ ਦੇ ਲੋਕ ਨੇ ਉਹਨਾਂ ਨੂੰ ਇੱਕ ਥਾਂ ਤੇ ਬਿਠਾਉਣਾ ਹੋਰ ਵੀ ਮੁਸ਼ਕਿਲ ਹੋਏਗਾ। ਇਸੇ ਕਰਕੇ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਸਮੱਸਿਆਵਾਂ ਦੇ ਫੈਸਲੇ ਲੈਣ ਦੀ ਜ਼ਿੰਮੇਵਾਰੀ ਜੋ ਸਥਾਨਕ ਸੰਸਥਾਵਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਦਿੱਤੀ ਜਾ ਰਹੀ ਹੈ, ਜੋ ਮੈਂ ਸੰਸਦੀ ਲੋਕਤੰਤਰ ਤੁਹਾਨੂੰ ਆਲਰੇਡੀ ਸਮਝਾ ਚੁੱਕਿਆ ਹਾਂ। ਠੀਕ ਹੈ ਜੀ। ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ ਹੁੰਦੀਆਂ, ਸ਼ਹਿਰਾਂ ਵਿੱਚ ਨਗਰ ਕੌਂਸਲ ਜਾਂ ਨਗਰ ਪਾਲਿਕਾ ਯਾਨੀ ਕਿ ਜਿਹਨੂੰ MC ਜੋ ਹੈ ਮੈਂ ਦੱਸਿਆ ਸੀ ਉਹ ਉਹਨਾਂ ਦੀ ਸਥਾਪਨਾ ਕੀਤੀ ਗਈ ਹੈ। ठीक है जी। उस तरीके जो सूबे के पद्धर से, स्टेट के पद्धर से जो शासन चलाने की जिम्मेवारी है वो किसने दी गई है, और राज विधान सभा को दी गई है। पूरे देश के संबंधित मसलों को चलाने की जिम्मेवारी लोक सभा ते राज्य सभा, यानी कि मैं ऑलरेडी दस चुका लोक सभा बारे मैं तुहानू समझा चुका हाँ। मैं ऑलरेडी ये भी दस चुका कि संसद 3 हिस्से होंगे, लोक सभा ते राज्य सभा ते जो तुहाडा प्रेजिडेंट यानी कि राष्ट्रपति, जो अगले चैप्टर के आपां करना है। पेंडू ते शहरी स्थानक संस्थावां। ठीक है जी। विधान सभा ते लोक सभावां विच लोकां द्वारा चुने हुए प्रतिनिधि। ठीक है जी। ओके। असीं अपने प्रतिनिधि नूं चुन के भेजांगे जो कि साडे देश का प्रशासन चलाउणगे। ठीक है जी। हुण इन्हां नुमाइंदियां दी चोण कौन करेगा, वो वोटरां द्वारा कीती जाएगी, यानी कि वोटर जिहड़ा कि 18 साल तो उपर दी उम्र दा है। ठीक है जी। हुण कहंदा कि अगला प्रश्न है कौन होएगा वोटर यानी कि जिहड़ा नागरिक होवे, यानी कि भारत दा रहण वाला होना जरूरी है जे तुसीं वोटर बनना है। भारत दे नागरिक होना जरूरी है जे तुसीं वोटर बनना। जे तुसीं 18 साल दे होगे तुहानूं वोट दा अधिकार मिल जाएगा। ठीक है जी। हुण कहता कि चुने हुए जो उम्मीदवार है उन्होंने किहड़े नाम नाल दस्सिया जा रहा है, किया जाता है। तो मैं तुहानूं दस्सिया ग्राम पंचायतों के लैवल ते जिहड़े उम्मीदवार चुने जाते हैं उन्होंने पंच या सरपंच कहते हैं। नगर पालिकावां लई जिहड़े उम्मीदवार चुने जाणगे उन्होंने कौंसलर कहणगे, जो वार्डां दे आधार ते चुने जाते हैं। विधान सभा लई जो उम्मीदवार चुने जाणगे उन्होंने की कहणगे, उन्होंने MLA कहा जाएगा। ठीक है जी। उसे तरीके तुहाडे जो MLA चुन ले, विधायक चुन ले, जिहड़ा उम्मीदवार लोक सभा लई चुनिया जाएगा उन्होंने MP कहोगे। ठीक है जी। एक क्वेश्चन भी हैगा वै। उस तो बाद इन्हें कहा कि अजकल अप्रत्यक्ष लोकतंत्र का युग है। इस लाइन तो बहुत पहला लिखना चाहिए सी इन्होंने। ठीक है। क्योंकि राज्यों की आबादी करोड़ों में पहुंच चुकी है, ज्यादा आबादी होने करके जो है प्रत्यक्ष लोकतंत्र, डायरेक्ट डेमोक्रेसी नहीं हो सकती। ठीक है जी। तो सारे व्यक्तियों को यानी कि हर वोटर को जो है वो प्रशासन के कामों में भागीदार बनाना जो है वो मुश्किल है। इसलिए लोगों वालों अपने प्रतिनिधियों की चोण की जाती है। ये प्रतिनिधि जो है जनता दे लई प्रशासन चलाउण दा काम करते हैं। इसलिए चोणां अज दे लोकतंत्री युग विच बहुत जरूरी है। तो चोणां दी जो महत्ता है वो भी दस दी गई है इस
ਲਾਈਨ ਦੇ ਵਿੱਚ। ਹੁਣ ਚੋਣਾਂ ਦਾ ਮਹੱਤਵ ਜੋ ਹੈ ਪੁਆਇੰਟ ਵਾਈਜ਼ ਦਿੱਤਾ ਗਿਆ ਔਰ ਇਹਦੇ ਉੱਤੇ ਤੁਹਾਡੇ ਇੱਕ ਕੁਐਸਚਨ ਵੀ ਦਿੱਤਾ ਗਿਆ ਵੱਡੇ ਉੱਤਰਾਂ ਵਾਲੇ ਜੋ ਪ੍ਰਸ਼ਨ ਆ ਉਹਨਾਂ ਦੇ ਵਿੱਚ। ਸੋ ਇਹਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਕਵਰ ਅਪ ਕਰਨਾ ਹਾਂ। ਥੈਂਕ ਯੂ।